इब्रानियों का खत दा 5 बाब दी 8 और 9 आयत। पुत्र होने पर भी उसने दुख उठा उठाकर आज्ञा माननी सीखी। हालेलुया। सिख रहे सी कि असीं अनंत जीवन दी गल्लां ते तेरे कोल आ ते असीं तैनूं छड्ड के कित्थे जाइए। हालेलुया। सो ਉਹਦੇ ਵਿੱਚ ਅਸੀਂ ਮੇਨ ਚੀਜ਼ ਨੂੰ ਸਿੱਖ ਰਹੇ ਸੀਗੇ ਕਿ स्वर्ग के राज ਵਿੱਚ ਜਾਣ ਦੀਆਂ बहुत ਸਾਰੀਆਂ ਕੰਡੀਸ਼ਨਾਂ ਦੱਸੀਆਂ ਗਈਆਂ। ਜਿਹੜਾ ਉਹਨਾਂ ਕੰਡੀਸ਼ਨ ਨੂੰ ਪੂਰਾ ਕਰੂਗਾ ਉਹੀ ਹੈ ਜਿਹੜਾ स्वर्ग के राज ਵਿੱਚ ਜਾਏਗਾ। ਸੋ ਅੱਜ ਦੁਨੀਆ ਨੂੰ ਇਹ ਭੁਲੇਖਾ ਕਿ ਚਲੋ ਕੋਈ ਨਹੀਂ, ਤੌਬਾ ਕਰ ਲਈ, ਬਪਤਿਸਮਾ ਲੈ ਲਿਆ ਤੇ ਬਸ ਇੰਨਾ ਹੀ ਠੀਕ ਆ। ਜਿੰਨੀ ਦੇਰ ਤੱਕ ਅਸੀਂ ਇਹਦੀ ਇੱਕ ਬਿੰਦੀ ਵੀ ਲਿਖੀ ਪੂਰੀ ਨਹੀਂ ਨਾ ਕਰਦੇ ਵਚਨ ਦੀ, ਉਨੀ ਦੇਰ ਤੱਕ ਅਸੀਂ ਅਧੂਰੇ ਆ, ਪੂਰੇ ਨਹੀਂ ਆ। ਸੋ ਕਦੀ ਵੀ ਅਸੀਂ ਵਚਨ ਨੂੰ ਲਾਈਟ ਨਹੀਂ ਲੈਣਾ ਔਰ ਕਦੀ ਵੀ ਗੁੰਮਰਾਹ ਨਹੀਂ ਹੋਣਾ। ਮੈਂ ਇੱਕ ਵੀਡੀਓ ਮੈਨੂੰ ਕਿਸੇ ਭੇਜੀ ਸੀਗੀ ਤੇ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਉਹ ਪ੍ਰਚਾਰ ਕਰ ਰਿਹਾ ਸੀਗਾ। 2 ਘੰਟੇ ਦੀ ਵੀਡੀਓ ਤੇ 2 ਘੰਟੇ ਦੇ ਵਿੱਚ ਉਸ ਬੰਦੇ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪ੍ਰਭੂ ਨੇ ਸਾਨੂੰ ਚੁਣਿਆ ਹੈ, ਪ੍ਰਭੂ ਨੇ ਸਾਨੂੰ ਪਵਿੱਤਰ ਕੀਤਾ ਔਰ ਜਦੋਂ ਉਹਨੇ ਇੱਕ ਵਾਰੀ ਸਾਨੂੰ ਪਵਿੱਤਰ ਕੀਤਾ ਤਾਂ ਅਸੀਂ ਸਦਾ ਲਈ ਪਵਿੱਤਰ ਹੋ ਗਏ। ਅਤੇ ਇਹਦੇ ਵਿੱਚ ਕਹਿੰਦਾ ਸਾਡਾ ਕੋਈ ਯੋਗਦਾਨ ਨਹੀਂ, ਜੋ ਵੀ ਕਰ ਰਿਹਾ ਪਰਮੇਸ਼ਵਰ ਹੀ ਕਰ ਰਿਹਾ। ਇਸ ਕਰਕੇ ਹੁਣ ਆਹ ਜਿਹੜੇ ਤੁਹਾਨੂੰ ਡਰਾਉਂਦੇ ਹੈਗੇ ਆ, ਪਾਪ ਨਾ ਕਰੋ ਜਾਂ ਫਲਾਨਾ ਕਰੋ ਢਵਾਨਾ ਕਰੋ, ਇਹਨਾਂ ਦੀ ਗੱਲਾਂ ਵੱਲ ਧਿਆਨ ਦੇਣ ਦੀ ਤੁਹਾਨੂੰ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈ। ਔਰ ਕੈਸੇ ਉਦਾਹਰਨ ਦੇ ਰਿਹਾ ਵੀ ਕਹਿੰਦਾ ਵੀ ਅਸੀਂ ਪਵਿੱਤਰ ਹੋ ਚੁੱਕੇ ਹਾਂ। ਜਿਵੇਂ ਕਹਿੰਦਾ ਵੀ ਪਹਾੜ ਦੇ ਉੱਤੇ ਪਰਮੇਸ਼ਵਰ ਉਤਰਿਆ ਸੀ, ਅਤੇ ਜੇ ਪਹਾੜ ਪਵਿੱਤਰ ਹੋ ਸਕਦਾ ਤਾਂ ਫਿਰ ਅਸੀਂ ਵੀ। ਸੋ ਐਸੇ ਝੂਠੇ ਸੇਵਕ ਲਿਖਿਆ ਵਚਨ ਦੇ ਵਿੱਚ ਵੀ ਅੰਤ ਸਮੇਂ ਵਿੱਚ ਬੜੇ ਉੱਠਣਗੇ, ਜਿਹੜੇ ਇਹੋ ਜਿਹੀਆਂ ਕਈ ਉਦਾਹਰਨਾਂ ਐਗਜ਼ੈਂਪਲਾਂ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਅਸੀਂ ਇਹਨਾਂ ਤੋਂ ਕੀ ਰਹਿਣਾ, ਭਲਾ ਸਾਵਧਾਨ ਰਹਿਣਾ। ਸੋ ਯਿਸੂ ਮਸੀਹ ਨੇ ਕੱਲੀ ਗੱਲ ਖੋਲ੍ਹ ਕੇ ਦੱਸੀ ਹੈ ਕਿ ਸਵਰਗ ਦਾ ਰਾਜ ਕਿਹੋ ਜਿਹੇ ਲੋਕਾਂ ਨੂੰ ਮਿਲੇਗਾ। ਉਹਦੇ ਵਿੱਚ ਕੋਈ ਵੀ ਯਿਸੂ ਮਸੀਹ ਨੇ ਗੱਲ ਛੱਡੀ ਨਹੀਂ ਹੈ ਔਰ ਇੱਕ ਗੱਲ ਨੂੰ ਕਹਿੰਦਾ ਵੀ ਜਿਹੜਾ ਮੇਰੇ ਨਾ ਕਿ ਹਰੇਕ ਉਹ ਜਿਹੜਾ ਮੈਨੂੰ ਪ੍ਰਭੂ ਕਹਿੰਦਾ ਸਵਰਗ ਦੇ ਰਾਜ 'ਚ ਜਾਵੇਗਾ, ਬਲਕਿ ਉਹੀ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਨੂੰ ਪੂਰਾ ਕਰਦਾ ਹੈ। ਸੋ ਜਿਹੜੇ ਮਸੀਹ ਦੇ ਵਿੱਚ ਆ ਗਏ ਆ ਉਹਨਾਂ ਨੇ ਸਵਰਗੀ ਪਿਤਾ ਦੀ ਇੱਛਾ ਨੂੰ ਪੂਰਾ ਕਰਨਾ ਹੈ। ਮਸੀਹ ਦੇ ਵਿੱਚ ਆ ਕੇ ਅਗਰ ਅਸੀਂ ਸਵਰਗੀ ਪਿਤਾ ਦੀ ਇੱਛਾ ਨੂੰ ਪੂਰਾ ਨਹੀਂ ਕਰਦੇ ਤੇ ਫਿਰ ਮਸੀਹ ਵਿੱਚ ਆਏ ਜਾਂ ਨਾ ਆਏ ਇੱਕ ਬਰਾਬਰ ਹੀ ਹੈ। ਜਦ ਕਿ ਹਾਲਾਂਕਿ ਇਹਨੂੰ ਉਲਟਾ ਲਈਏ, ਹੋਰ ਗੱਲ ਸਮਝੀਏ, ਜਿਹੜਾ ਤੇ ਮਸੀਹ ਵਿੱਚ ਨਹੀਂ ਆਇਆ ਉਹਦੇ ਕੋਲ ਤੇ ਕਈ ਬਚਾਅ ਦੇ ਕਾਰਨ ਹੈਗੇ ਆ, ਕਈ ਬਹਾਨੇ ਹੈਗੇ ਆ, ਲੇਕਿਨ ਅਸੀਂ ਤੇ ਆ ਗਏ ਆ। ਹੁਣ ਸਾਡੇ ਕੋਲ ਕੋਈ ਵੀ ਬਹਾਨਾ ਜੇ ਤੇ ਆਏ ਨਾ ਤਾਂ ਫਿਰ ਤਾਂ ਚਲੋ ਸਜ਼ਾ ਤਾਂ ਅਸੀਂ ਫਿਰ ਵੀ ਨਹੀਂ ਬਚ ਸਕਦੇ, ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਆ। ਲੇਕਿਨ ਉਹਨਾਂ ਕੋਲ ਫਿਰ ਵੀ ਬਹਾਨਾ ਰਹਿ ਜਾਏਗਾ ਜਿਹਨਾਂ ਕੋਲ ਨਾ ਪਹੁੰਚੇ, ਪਰ ਸਾਡੇ ਕੋਲ ਤਾਂ ਹੁਣ ਕੋਈ ਬਹਾਨਾ ਵੀ ਨਹੀਂ ਹੈ। ਤਾਂ ਉਹਨੇ ਲਿਖ ਕੇ ਦਿੱਤਾ ਆ, ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਕਹਿੰਦਾ ਉਹਦੇ ਰਾਜ ਵਿੱਚ ਵੜੇਗਾ, ਬਲਕਿ ਉਹੀ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਨੂੰ ਪੂਰਾ ਕਰਦਾ ਹੈ। ਸੋ ਅਸੀਂ ਹੁਣ ਕਾਹਦੇ ਲਈ ਬੁਲਾਏ ਗਏ ਹਾਂ ਭਲਾ? ਸਾਡਾ ਨਵਾਂ ਜਨਮ ਕਾਹਦੇ ਲਈ ਹੋਇਆ ਆ? ਸਾਨੂੰ ਪਰਮੇਸ਼ਵਰ ਨੇ ਵਚਨ ਤੇ ਆਪਣਾ ਪਾਕ ਰੂਹ ਕਾਹਦੇ ਲਈ ਦਿੱਤਾ ਆ? ਅਸੀਂ ਜਿਹਦਾ ਰੂਹ ਸਾਨੂੰ ਮਿਲਿਆ ਆ ਉਹਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਅਸੀਂ ਬੁਲਾਏ ਗਏ ਹਾਂ। ਇਸ ਲਈ ਪਤਰਸ ਕਹਿੰਦਾ ਆ ਆਪਣੇ ਬੁਲਾਏ ਜਾਣ ਅਤੇ ਚੁਣੇ ਜਾਣ ਨੂੰ ਸਿੱਧ ਕਰਨ ਦਾ ਭਲੀ ਭਾਂਤੀ ਯਤਨ ਕਰੋ। ਕੀ ਕਰਨਾ ਭਲਾ? ਯਤਨ ਕਰਨਾ ਹੈ ਅਸੀਂ ਕਿਸ ਚੀਜ਼ ਨੂੰ ਭਲਾ? ਪਰਮੇਸ਼ਵਰ ਨੇ ਭਰੋਸਾ ਕਰਕੇ ਸਾਨੂੰ ਬੁਲਾਇਆ ਤੇ ਸਾਨੂੰ ਚੁਣਿਆ। ਅਸੀਂ ਹੁਣ ਸਿੱਧ ਕਰਨਾ ਆ ਵੀ ਅਸੀਂ ਉਸ ਲਾਇਕ ਹੈਗੇ ਆ ਕਿ ਨਹੀਂ। ਅਸੀਂ ਲਾਇਕ ਨਹੀਂ ਸੀ, ਇਸ ਲਈ ਨਹੀਂ ਸਾਨੂੰ ਸੱਦਿਆ, ਤੇ ਨਾ ਅਸੀਂ ਲਾਇਕ ਸੀ ਇਸ ਕਰਕੇ ਸਾਨੂੰ ਚੁਣਿਆ, ਬਲਕਿ ਉਹਦਾ ਇਹ ਅਨੁਗ੍ਰਹਿ ਹੋਇਆ। ਅਸੀਂ ਹੁਣ ਸਿੱਧ ਕਰਨਾ ਆ ਵੀ ਅਸੀਂ ਉਹਦੇ ਅਨੁਗ੍ਰਹਿ ਦੇ ਲਾਇਕ ਹੈਗੇ ਆ ਕਿ ਨਹੀਂ। ਮਿਸਾਲ ਦੇ ਤੌਰ ਦੇ ਉੱਤੇ ਅਸੀਂ ਕਿਸੇ ਨੇ ਸਾਡਾ ਗੁਨਾਹ ਕੀਤਾ ਤੇ ਅਸੀਂ ਕਿਸੇ ਵੀ ਸ਼ਰਤ 'ਤੇ ਉਹਨੂੰ ਮਾਫ਼ ਕਰਨ ਲਈ ਤਿਆਰ ਨਹੀਂ ਹਾਂ, ਲੇਕਿਨ ਫਿਰ ਅਸੀਂ ਉਹ 'ਤੇ ਅਨੁਗ੍ਰਹਿ ਕਰਕੇ ਉਹਨੂੰ ਮਾਫ਼ ਕਰ ਦਿੰਦੇ ਹਾਂ। ਅਤੇ ਜੇ ਉਹ ਸਾਡੀ ਅਨੁਗ੍ਰਹਿ ਦੀ ਕਦਰ ਨਾ ਪਾਵੇ ਤਾਂ ਫਿਰ ਹਾਂਜੀ ਫਿਰ ਤੇ ਮਤਲਬ ਕਹਿਣ ਦਾ ਭਾਵ ਵੀ ਜਿਹੜਾ ਅਨੁਗ੍ਰਹਿ ਦੀ ਕਦਰ ਨਾ ਕਰੇ ਉਹਦੇ ਲਈ ਤਾਂ ਫਿਰ ਕੋਈ ਮਾਫ਼ੀ
ਮਾਫੀ ਨਹੀਂ ਹੈ। ਸੋ ਉਸੇ ਤਰ੍ਹਾਂ ਅਸੀਂ ਯਾਦ ਰੱਖਣਾ ਆ, ਅਸੀਂ ਸੱਦੇ ਗਏ ਆ, ਅਸੀਂ ਚੁਣੇ ਗਏ ਆ। ਇਹਦੇ ਵਿੱਚ ਸਾਡੀ ਕੋਈ ਖੂਬੀ ਕੋਈ ਲਿਆਕਤ ਨਹੀਂ ਸੀ। ਸਾਡੀਆਂ ਖੂਬੀਆਂ ਦਾ ਕਰਕੇ ਸਾਨੂੰ ਨਹੀਂ ਚੁਣਿਆ, ਬਲਕਿ ਇਹ ਉਹਦਾ ਅਨੁਗ੍ਰਹਿ ਹੋਇਆ, ਇਹ ਉਹਦਾ ਫਜ਼ਲ ਹੋਇਆ ਕਿ ਉਹਨੇ ਸਾਨੂੰ ਸੱਦਿਆ ਵੀ ਤੇ ਚੁਣਿਆ ਵੀ। ਅਸੀਂ ਹੁਣ ਉਹਨੂੰ ਸਿੱਧ ਕਰਨ ਦਾ ਕੀ ਕਰਨਾ, ਭਲਾ ਯਤਨ ਕਰਨਾ ਹੈ, ਔਰ ਆਪਣੀ ਕੋਸ਼ਿਸ਼ ਦੇ ਵਿੱਚ ਅਸੀਂ ਲਗਾਤਾਰ ਕੀ ਕਰਨਾ, ਭਲਾ ਲੱਗੇ ਰਹਿਣਾ ਹੈ। ਤੇ ਕੀ ਲਿਖਿਆ ਬੱਚਿਆਂ ਦੇ ਵਿੱਚ, ਜਿਹੜਾ ਜੈ ਪਾਵੇਗਾ ਉਹਨੂੰ ਮੈਂ ਜ਼ਿੰਦਗੀ ਦਾ, ਤੇ ਜਿਹੜਾ ਹਾਰ ਗਿਆ ਉਹ ਫਿਰ ਰਹਿ ਗਿਆ, ਉਹ ਗਿਆ ਭਲਾ, ਉਹ ਰਹਿ ਗਿਆ। ਸੋ ਇਸ ਕਰਕੇ ਇਹੋ ਜਿਹੇ ਝੂਠੀ ਸਿੱਖਿਆ ਤੋਂ ਸਾਨੂੰ ਬਚਣ ਦੀ ਜ਼ਰੂਰਤ ਆ, ਕਿਉਂਕਿ ਇਹਨਾਂ ਕੋਲ ਉਦਾਹਰਨਾਂ ਬੜੀਆਂ ਜ਼ਬਰਦਸਤ ਹੁੰਦੀਆਂ, ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਹੜੇ ਝੂਠੇ ਆ ਇਹਨਾਂ ਦੇ ਕੋਲ ਉਦਾਹਰਨਾਂ ਆਪਣੀ ਗੱਲ ਨੂੰ ਸਿੱਧ ਕਰਨ ਦੇ ਲਈ ਬਹੁਤ ਜ਼ਿਆਦਾ ਹੁੰਦੀਆਂ। ਇਹ ਸਾਡੇ ਨਾਲ ਜ਼ਿਆਦਾ, ਅੱਜ ਮੈਂ ਗਿਆ, ਕਿੱਥੇ ਗਿਆ ਸੀ ਮੈਂ, ਆਈ ਥਿੰਕ ਕਿਸੇ ਜਗ੍ਹਾ 'ਤੇ ਅੱਜ ਮੈਂ ਗਿਆ, ਹਾਂਜੀ ਰੋਹਿਤ ਦੀ ਦੁਕਾਨ 'ਤੇ, ਉਹਦੇ ਬਾਹਰ ਉਹਨਾਂ ਨੇ ਲਾਇਆ ਹੋਇਆ ਜੋ ਵਾਮਿਟਸ ਵਾਲਿਆਂ ਨੇ ਆਪਣਾ ਸਟਾਲ, ਲੇਡੀ ਜੋ ਇਕੱਲੇ ਕੰਨੇ ਰੋ ਕੇ ਦੱਸ ਰਹੇ ਆ। ਦੇਖੋ ਜਿਹੜੇ ਝੂਠੇ ਆ ਉਹ ਕਿੰਨੇ ਯਤਨ 'ਚ ਲੱਗੇ ਹੋਏ ਆ, ਠੀਕ ਹੈ। ਸਾਡੀਆਂ ਤਾਂ ਬੀਬੀਆਂ ਰੋਟੀਆਂ ਪਕਾਉਣ ਤੇ ਬੇਲ ਨਹੀਂ, ਰੋਟੀਆਂ ਨਹੀਂ ਪੱਕਦੀਆਂ, ਹਾਂਜੀ ਰੋਟੀਆਂ ਪੱਕਦੀਆਂ ਵੀ ਲੜ ਪੈਂਦੀਆਂ, ਉਹ ਛੋਟਾ ਜਿਹਾ ਕੰਮ ਹੁੰਦਾ ਘਰ ਦੇ ਵਿੱਚ ਹੀ, ਉਹ ਵੀ ਕਈ ਵਾਰੀ ਖਿੱਚ ਜਾਂਦੀਆਂ ਵੀ ਜ਼ਿਆਦੀਆਂ ਪਕਾਉਣੀਆਂ ਪੈ ਗਈਆਂ ਨਾ, ਤੇ ਉਹ ਸਾਰਾ ਕੁਝ ਕਰ ਕਰਾ ਕੇ ਤੇ ਉੱਥੇ ਮਤਲਬ ਉਹ ਲੱਗੇ ਹੋਏ ਆਪਣੇ ਯਤਨ ਦੇ ਵਿੱਚ, ਜਦ ਕਿ ਸਾਨੂੰ ਪਤਾ ਵੀ ਮੁਖਾਲਫਤ ਖੁਦਾ ਸਾਰਾ ਕੰਮ ਹੋ ਰਿਹਾ, ਲੇਕਿਨ ਉਹ ਕੀ ਕਰਦੇ ਪਹਿਲਾਂ ਪੂਰੇ ਯਤਨ ਦੇ ਵਿੱਚ ਉਹ ਉਹਨਾਂ ਦੇ ਜਿੰਨੇ ਵੀ ਵਿਟਨੈਸ ਹਨ ਸਭ ਲੱਗੇ ਹੋਏ ਆਪਣੀ ਆਪਣੀ ਜਗ੍ਹਾ ਦੇ ਉੱਤੇ। ਜਿਹੜੀ ਭਾਸ਼ਾ ਦਾ, ਈਵਨ ਇੱਥੋਂ ਤੱਕ ਕਿ ਗੋਰਿਆਂ ਕਾਲਿਆਂ ਨੇ ਸਾਡੀਆਂ ਭਾਸ਼ਾ ਸਿੱਖ ਲਈਆਂ। ਜਿਹੜੇ ਇਲਾਕੇ 'ਚ ਰਹਿੰਦੇ ਨਾ, ਉਹ ਤੇ ਦੇਖਦੇ ਕਿਹੜੀ ਕਮਿਊਨਿਟੀ ਇੱਥੇ ਜ਼ਿਆਦਾ ਆ, ਉਹ ਉਹਨਾਂ ਲੋਕਾਂ ਦੀ ਭਾਸ਼ਾ ਸਿੱਖ ਕੇ ਫਿਰ ਉਹਨਾਂ ਦੇ ਵਿੱਚ ਜਾਂਦੇ ਆ। ਔਰ ਸਭ ਤੋਂ ਖਤਰਨਾਕ ਗੱਲ ਸੁਣ ਲਓ, ਮਿਲਦਾ ਉਹਨਾਂ ਨੂੰ ਕੁਛ ਨਹੀਂ, ਲੈਂਦੇ ਵੀ ਨਹੀਂ ਗੇ, ਫ੍ਰੀ ਆਫ ਕੋਸਟ ਆ, ਸਾਰੀ ਸੇਵਾ ਫ੍ਰੀ ਦੇ ਵਿੱਚ ਕਰਦੇ ਆ। ਇਹ ਉਦਾਂ ਹੀ ਉਹ ਜਿੱਦਾਂ ਕਹਿੰਦੇ ਨਾ ਵੀ ਕੋਈ ਦੀਵਾ ਜਗਾਉਣ ਜਾਂਦਾ ਸੀ ਤੇ ਕੋਈ ਉਹ ਇੱਕ ਉਹਦਾ ਬੁਝਾਉਣ ਜਾਂਦਾ ਸੀ, ਤੇ ਇੱਕ ਦਿਨ ਚੰਗਾ ਤੇ ਹਨੇਰੀ ਤੂਫਾਨ ਆ ਗਿਆ ਤੇ ਉਹ ਕਹਿੰਦਾ ਚਲੋ ਛੱਡੋ ਅੱਜ ਕੀ ਜਾਣਾ, ਰਹਿਣ ਦਿੰਨੇ ਆ, ਤੇ ਉਹ ਜਿਹੜਾ ਜਗਾਉਣ ਵਾਲਾ ਆ ਉਹ ਨਹੀਂ ਪਹੁੰਚਿਆ ਤੇ ਬੁਝਾਉਣ ਵਾਲਾ ਪਹੁੰਚ ਗਿਆ ਸੀ। ਸੋ ਇਸ ਕਰਕੇ ਵਚਨ 'ਚ ਲਿਖਿਆ, ਹਨੇਰੇ ਦੇ ਪੁੱਤਰ ਚਾਨਣ ਦੇ ਪੁੱਤਰਾਂ ਤੋਂ ਜ਼ਿਆਦਾ ਚਲਾ ਗਿਆ। ਜਿਹੜੇ ਝੂਠਾ ਪ੍ਰਚਾਰ ਕਰਨ ਵਾਲੇ ਉਹ ਸਾਡੇ ਤੋਂ ਕਿਤੇ ਜ਼ਿਆਦਾ ਮਿਹਨਤੀ ਆ, ਉਹ ਬਹੁਤ ਜ਼ਿਆਦਾ ਐਕਟਿਵ ਆ, ਕਿਉਂਕਿ ਉਹਨਾਂ ਨੇ ਗੁੰਮਰਾਹ ਕਰਨਾ ਨਾ, ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਜਿਹੜੀ ਨਾ, ਇੱਕ ਤੇ ਸੱਚ ਨੂੰ ਸੱਚ ਸਿੱਧ ਕਰਨਾ ਕੋਈ ਜ਼ਿਆਦਾ ਔਖਾ ਕੰਮ ਨਹੀਂ, ਪਰ ਝੂਠ ਨੂੰ ਸੱਚ ਸਿੱਧ ਕਰਨਾ, ਫਿਰ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ, ਇਹਦੇ ਉੱਤੇ ਬੜੀ ਮਿਹਨਤ ਕਰਨੀ ਪੈਂਦੀ ਹੈ, ਹੈ ਨਾ। ਕਿੱਦਾਂ ਕਿਹੜੀ ਐਗਜ਼ਾਮਪਲ ਲੈਣੀ, ਉਹਨੇ ਐਗਜ਼ਾਮਪਲ ਲਈ ਨਾ, ਯਿਸੂ ਮਸੀਹ ਕੋ ਆਇਆ, ਕਹਿੰਦਾ ਪੱਥਰਾਂ ਨੂੰ ਕਹਿ ਰੋਟੀ ਬਣ ਜਾ, ਲਿਖਿਆ ਹੋਇਆ ਬਣ ਸਕਦੀਆਂ, ਹੈ ਨਾ। ਸਾਨੂੰ ਕੋਈ ਕਹਿੰਦਾ ਯਾਰ ਅੱਛਾ ਤੁਸੀਂ ਕਹਿੰਦੇ ਯਿਸੂ ਮਸੀਹ ਸ਼ਾਫੀ ਦਾਤਾ ਹੈ, ਚਲੋ ਫਿਰ ਇਹਨੂੰ ਠੀਕ ਕਰਕੇ ਦਿਖਾਓ, ਜੇ ਠੀਕ ਹੋਊਗਾ ਨਾ ਫਿਰ ਅਸੀਂ ਮੰਨਦੇ ਹਾਂ ਸ਼ਾਫੀ ਦਾਤਾ ਹੈ, ਤੇ ਅਸੀਂ ਕਹਿੰਦੇ ਲੈ ਇਹ ਕਿਹੜਾ ਕੰਮ ਆ, ਫਿਰ ਤੈਨੂੰ ਹੁਣੇ ਠੀਕ ਕਰਕੇ ਦਿਖਾਉਣੇ, ਹੁੰਦਾ ਹੈ ਹੀ ਨਹੀਂ। ਫਿਰ ਕਿਉਂ ਲਿਖਿਆ, ਆਪਣੇ ਪ੍ਰਭੂ ਪਰਮੇਸ਼ਰ ਨੂੰ ਤੂੰ ਨਾ, ਉਹ ਸ਼ਾਫੀ ਦਾਤਾ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ, ਪਰ ਆਪਣੀ ਮਹਿਮਾ ਆਪਣੀ ਮਰਜ਼ੀ ਦੇ ਨਾਲ ਪ੍ਰਗਟ। ਜੇ ਸਾਡੀਆਂ ਦੁਆਵਾਂ ਦੇ ਨਾਲ ਕਰਾਂ ਫਿਰ ਤੇ ਸਾਡੇ ਕੋਲ ਘਮੰਡ ਆ ਗਿਆ। ਜੇ ਸਾਡੀਆਂ ਦੁਆਵਾਂ ਦੇ ਨਾਲ ਕੰਮ ਹੋਣ ਲੱਗ ਪਏ ਫਿਰ ਸਾਡੇ ਕੋਲ ਕੀ ਹੈ ਭਲਾ, ਫਿਰ ਘਮੰਡ ਦੀ ਜਗ੍ਹਾ ਸਾਡੇ ਕੋਲ ਇੱਕਦਮ ਘਮੰਡ ਆਊਗਾ ਮੇਰੀ ਦੁਆ ਦੇ ਨਾਲ, ਹੈ ਨਾ। ਅਸੀਂ ਹੁਣ ਉਧਰ ਉਹਨਾਂ ਦੇ ਗੱਗੂ ਸਾਹਿਬ ਦੇ ਡੈਡੀ ਦੀ ਪ੍ਰਾਰਥਨਾ ਕੀਤੀ, ਸਾਰੇ ਜਣਿਆਂ ਨੇ, ਅਸੀਂ ਸਭ ਨੇ ਪ੍ਰਾਰਥਨਾ ਕੀਤੀ, ਅਸੀਂ ਸਭ ਨੇ ਆਮੀਨ ਕਿਹਾ, ਉਹਦਾ ਰਿਜ਼ਲਟ ਸਾਹਮਣੇ ਆ ਗਿਆ। ਹੁਣ ਇਹਦੇ 'ਚ ਇਕਬਾਲ ਗਿੱਲ ਨਹੀਂ ਕਹਿ ਸਕਦਾ ਮੈਂ ਪੁਲਪਟ ਤੇ ਖੜੇ ਹੋ ਕੇ ਕੀਤੀ ਸੀ ਤੇ ਉਹ ਸੁਣੀ ਗਈ ਤੇ ਉਹ ਅਗਲੇ ਦਿਨ ਹੀ ਕੰਮ ਹੋ ਗਿਆ। ਜਦੋਂ ਇਕਬਾਲ ਗਿੱਲ ਪ੍ਰਾਰਥਨਾ ਕਰ ਰਿਹਾ ਸੀ, ਉਦੋਂ ਉਹਨਾਂ ਦੇ ਘਰ ਬੈਠੇ ਪਾਸਟਰ ਹੈਰੀ ਉਹਨਾਂ ਦੀ ਟੀਮ ਪ੍ਰਾਰਥਨਾ ਕਰ ਰਹੀ ਸੀ 12 ਘੰਟੇ ਲਗਾਤਾਰ। ਜਦੋਂ ਇਕਬਾਲ ਗਿੱਲ ਨੇ ਪੁਲਪਟ ਤੇ ਖੜੇ ਹੋ ਗਏ, ਉਸ ਤੋਂ ਪਹਿਲਾਂ ਕਈਆਂ ਤੱਕ ਉਹ ਸੁਨੇਹਾ ਪਹੁੰਚ ਗਿਆ ਸੀਗਾ, ਇਸ ਨਾਮ ਦੇ ਲਈ ਕੀ ਕੀਤੀ ਜਾਵੇ, ਦੁਆ ਕੀਤੀ ਜਾਵੇ। ਹੁਣ ਸਾਨੂੰ ਨਹੀਂ ਪਤਾ ਸਾਡੇ ਵਿੱਚੋਂ ਕਿਹਦੀ ਸੁਣੀ ਹੈ, ਹਾਲੇਲੂਇਆ, ਲੇਕਿਨ ਜਿਹਦੇ ਅੱਗੇ ਕੀਤੀ ਗਈ ਆ ਉਹਨੇ ਰਿਜ਼ਲਟ ਦਿਖਾ ਦਿੱਤਾ ਹੈ। ਇਸੇ ਸਾਡੇ ਵਿੱਚ ਕਿਸੇ ਦੇ ਲਈ ਹੁਣ ਘਮੰਡ ਦੀ ਜਗ੍ਹਾ ਹੋ ਸਕਦੀ ਨਹੀਂ ਹੈ। ਸੋ ਹਨੇਰੇ ਦੇ ਪੁੱਤਰ ਚਾਨਣ ਦੇ ਪੁੱਤਰਾਂ ਦਾ ਜ਼ਿਆਦਾ ਚਲਾਕ, ਉਹਨਾਂ ਕੋਈ ਇੱਦਾਂ ਦਾ ਸਿਸਟਮ ਜ਼ਬਰਦਸਤ ਆ, ਲੇਕਿਨ ਚਾਹੀਦਾ ਕੀ ਆ ਕਿ ਸਾਨੂੰ ਹੁਣ ਉਹਨਾਂ ਦਾ ਜ਼ਿਆਦਾ ਸਰਗਰਮ ਹੋਣ ਦੀ ਜ਼ਰੂਰਤ ਆ, ਕਿਉਂਕਿ ਇਸ ਟਾਈਮ ਜਿਹੜਾ ਜ਼ੋਰ ਬੜਾ ਜ਼ਿਆਦਾ ਲੱਗ ਰਿਹਾ। ਕਿਉਂ ਲੱਗ ਰਿਹਾ? ਕਿਉਂਕਿ ਜੋ ਕੁਛ ਅਸੀਂ ਕਹਿੰਦੇ ਹਾਂ ਉਹ ਪੂਰਾ ਹੋ ਰਿਹਾ ਹੈ। ਹਾਲੇਲੂਇਆ। ਸੋ ਦੇਖਦੇ ਇੱਕ ਵੀਡੀਓ, ਜਿਹੜੀ ਗੱਲ ਅਸੀਂ ਪਿਛਲੇ ਐਤਵਾਰ ਦੱਸੀ ਸੀਗੀ,
ਉਹ ਕਿੰਨੀ ਜਲਦੀ ਸੱਚ ਹੋਣ ਵਾਲੀ, ਜਿਹਦਾ ਕਰਕੇ ਕਿਹਾ ਸੀ ਵੀ ਹੁਣ ਨੀਂਦ ਤੋਂ ਜਾਗਣ ਦਾ ਵੇਲਾ ਆ। ਜਿਹੜੀ ਭਵਿੱਖਬਾਣੀ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਦੀ ਖਾਸ ਹੈ ਨਾ, ਉਹ ਕਿਵੇਂ ਪੂਰੀ ਹੋਣ ਜਾ ਰਹੀ ਆ। ਆਪਾਂ ਇੱਧਰ ਪ੍ਰਚਾਰ ਕਰ ਰਹੇ ਹਾਂ ਤੇ ਉੱਧਰ ਹੁਣ ਉਹਦੇ ਉੱਤੇ ਖਬਰ ਨੂੰ ਤੁਸੀਂ ਸੁਣ ਲਓ। ਹਾਂਜੀ, ਅੰਗਰੇਜ਼ੀ ਜਿਹਨਾਂ ਨੂੰ ਆਉਂਦੀ ਉਹ ਬਾਕੀਆਂ ਨੂੰ ਦੂਜਿਆਂ ਨੂੰ ਦੱਸ ਦਿਓ, ਠੀਕ ਹੈ ਜੀ। ਆਵਾਜ਼ ਆਈ। Inside story next. Hey folks, Eric Stacklebeck here. Welcome to the Watchmen newscast. Back in the familiar surroundings of the Watchmen studio after a great week in Dallas. If you've been watching the newscast about those precision-guided missiles, PGMs for short, which are an absolute game changer if Hezbollah is able to get their hands on them, because folks, they do exactly what their name says. They're designed to hit targets with great accuracy and great precision. So, why the sudden halt to flights? And again, these are civilian flights going from Tehran into Damascus. If Iran had such a good thing going, right, where they're transiting weapons, and if Syria is so crucial to the Iranian regime's overall strategy and end game in the region, then you would think Damascus and transiting through the Syrian capital is an absolute must. But here's the deal. Israeli airstrikes effective. It's not going to stop. They have too much invested in, or where Israel will be forced to square off against Iran and Hezbollah and their allies in Syria and in southern Lebanon. In the meantime, we have what the Israelis call the war between the wars. And folks, it has been effective. Iran, very hesitant now to use Damascus International Airport. Will they try to use a... Air strike ਕੀਤੀ ਆ ਇਸਰਾਇਲ ਨੇ ਸੀਰੀਆ ਦੇ ਵਿੱਚ। ਈਰਾਨ ਉੱਥੇ ਕੋਈ ਆਪਣੀ ਗਤੀਵਿਧੀ ਚਲਾ ਰਿਹਾ ਹੈ ਆਪਣੇ ਪਰਮਾਣੂ ਦੇ ਲਈ। ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਹਮਲਾ ਕਰਕੇ ਤੇ ਉਹਨੂੰ ਨਸ਼ਟ ਕੀਤਾ। 5 ਬੰਬ ਜਿਹੜੇ ਉੱਥੇ ਮਿਜ਼ਾਈਲਾਂ ਜਿਹੜੀਆਂ ਉਹ ਮਾਰੀਆਂ ਗਈਆਂ। ਸੋ ਸਿੱਧਾ ਜਿਹੜਾ ਅਸੀਂ ਗੱਲ ਕਰ ਰਹੇ ਸੀਗੇ ਨਾ ਵੀ ਰਸ਼ੀਆ ਚਾਈਨਾ ਇਹ ਮਿਲ ਕੇ ਇਸਰਾਇਲ ਨੂੰ ਘੇਰਨਗੇ, ਉਹ ਜਿਹੜੀ ਭਵਿੱਖਬਾਣੀ ਹੈ ਉਹਦਾ ਪੂਰਾ ਖਾਕਾ ਜਿਹੜਾ ਸਾਡੇ ਸਾਹਮਣੇ ਨਜ਼ਰ ਆਉਂਦਾ ਪਿਆ। ਸੋ ਇਸ ਕਰਕੇ ਹੁਣ ਅਸੀਂ ਕਿਤੇ ਵੀ ਢਿੱਲ ਮੱਠ ਨਹੀਂ ਕਰ ਸਕਦੇ, ਕਿਤੇ ਵੀ ਅਸੀਂ ਸੁਸਤ ਹੋ ਸਕਦੇ ਨਹੀਂ ਹੈ। ਹੁਣ ਵੇਲਾ ਤੇ ਮਸ਼ਾਲਾਂ ਜਗਾ ਕੇ ਰੱਖਣ ਦਾ ਆ। ਹੁਣ ਅਸੀਂ ਕਿਸੇ ਦੇ ਵੀ ਪ੍ਰਭਾਵੇ ਦੇ ਵਿੱਚ ਆ ਸਕਦੇ ਨਹੀਂ ਆ। ਤੇ ਹੁਣ ਆਪਣੇ ਆਪ ਤੇ, ਕਿਉਂਕਿ ਲਿਖਿਆ ਵੀ ਹੇ ਬੱਚੋ ਜੇ ਸਾਡਾ ਮਨ ਦੋਸ਼ ਨਾ ਲਾਵੇ ਤੇ ਪਰਮੇਸ਼ਰ ਅੱਗੇ ਦਲੇਰੀ ਆ। ਆਪਣੇ ਮਨ ਨੂੰ ਅਸੀਂ ਪੁੱਛ ਲਈਏ, ਅਸੀਂ ਪ੍ਰਭੂ ਦੇ ਵਿੱਚ ਕਿਸ ਜਗ੍ਹਾ ਦੇ ਉੱਤੇ ਖੜੇ ਹਾਂ। ਆਪਣੇ ਮਨ ਨੂੰ ਪੁੱਛ ਲਈਏ ਕਿ ਅਸੀਂ ਪ੍ਰਭੂ ਦੇ ਵਿੱਚ ਕਿਸ ਜਗ੍ਹਾ 'ਤੇ ਖੜੇ। ਕਿਸੇ ਦੇ ਕੋਲੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਸੋ ਇਸ ਲਈ ਯਾਦ ਰੱਖੋ, ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਦੀਆਂ ਮੁੱਖ ਘਟਨਾਵਾਂ ਕਹਿੰਦਾ ਸੀ ਜਦੋਂ ਤੁਸੀਂ ਦਰਖਤਾਂ ਨੂੰ ਪੁੰਗਰਦਿਆਂ ਦੇਖਦੇ ਹੋ ਤੇ ਹਿਸਾਬ ਕਿਤਾਬ ਲਾ ਲੈਂਦੇ ਹੋ, ਉਸੇ ਤਰ੍ਹਾਂ ਜਿਹੜੀਆਂ ਨਿਸ਼ਾਨੀਆਂ ਮੈਂ ਦੱਸ ਚੱਲਾਂ ਜਦੋਂ ਹੁੰਦੀਆਂ ਦੇਖੋ ਤੇ ਸਮਝ ਲਓ ਸਮਾਂ ਸਿਰ ਦੇ ਆ ਗਿਆ। ਸੋ ਉਹਦੇ ਵਿੱਚ ਇਹ ਸਭ ਤੋਂ ਅਹਿਮ ਰੋਲ ਆ, ਕਿਉਂਕਿ ਰੈਪਚਰ ਦੇ ਹੁੰਦੇ ਸਾਰ ਰਸ਼ੀਆ ਦਾ ਹਮਲਾ ਜਿਹੜਾ ਇਸਰਾਇਲ ਦੇ ਉੱਤੇ ਹੋਣਾ ਆ। ਰੈਪਚਰ ਹੁੰਦੇ ਸਾਰ ਤੇ ਰਸ਼ੀਆ ਨੇ ਹਮਲਾ ਕਿਉਂ ਕਰਨਾ ਹੈ? ਰਸ਼ੀਆ ਸਾਰੀ ਮਦਦ ਕਰ ਰਿਹਾ ਹੈ ਤੇ ਉਸ ਮਦਦ ਦੇ ਉੱਤੇ ਇਸਰਾਇਲ ਜਿਹੜਾ ਹੁਣ ਕੀ ਕਰਦਾ ਪਿਆ, ਹਰ ਟਾਈਮ ਉਹ ਹਮਲੇ ਹੋ ਰਹੇ ਆ। ਹਰ ਟਾਈਮ ਕਦੀ ਉਹਨਾਂ ਦਾ ਕਮਾਂਡਰ ਮਾਰ ਦਿੱਤਾ ਜਾਂਦਾ, ਕਦੀ ਉਹਨਾਂ ਦਾ ਸਾਇੰਟਿਸਟ ਮਾਰ ਦਿੱਤਾ ਜਾਂਦਾ। ਤੇ ਹੁਣ ਚੁੱਕ ਕੇ ਜਿੱਥੇ ਉਹ ਕਰ ਰਹੇ ਸੀਗੇ ਸੀਰੀਆ ਦੇ ਵਿੱਚ, ਆਪਣੇ ਕੋਲ ਉਹਨਾਂ ਨੇ ਚਲਾਕੀ ਕੀਤੀ ਵੀ ਥੋੜ੍ਹਾ ਜਿਹਾ ਪ੍ਰੋਗਰਾਮ ਉੱਥੇ ਉਹਨਾਂ ਨੇ ਫਿੱਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਉੱਥੇ ਉਹ ਸਾਰਾ ਉਡਾ ਦਿੱਤਾ ਫੜ ਕੇ। ਹੁਣ ਜਦੋਂ ਰਸ਼ੀਆ ਮਦਦ ਕਰ ਰਿਹਾ ਹੈ ਤੇ ਆਟੋਮੈਟਿਕ ਦੱਸ ਰਿਹਾ ਉਹਦੇ ਵਿੱਚ ਵੀ ਰਸ਼ੀਆ ਜਿਹੜਾ ਨਾ ਉਹ ਹੁਣ ਤੈਸ਼ 'ਚ ਆ ਗਿਆ ਇਸਰਾਇਲ ਦੇ ਖਿਲਾਫ। ਸੋ ਇਹ ਸਾਰੀਆਂ ਚੀਜ਼ਾਂ ਕਿਸ ਚੀਜ਼ ਵੱਲ ਇਸ਼ਾਰਾ ਕਰਦੀਆਂ ਪਈਆਂ ਭਲਾ? ਹੁਣ ਪ੍ਰਭੂ ਦਾ ਆਉਣਾ ਕੋਈ ਜ਼ਿਆਦਾ ਟਾਈਮ ਲੱਗਣ ਵਾਲਾ ਕੰਮ ਨਹੀਂ ਹੈ। ਅਤੇ ਅਸੀਂ ਕਿਤੇ ਵਚਨ ਪੜ੍ਹਦੇ ਪੜ੍ਹਾਉਂਦੇ ਨਾ ਰਹਿ ਜਾਈਏ, ਅਨੰਤ ਜੀਵਨ ਦੀਆਂ ਗੱਲਾਂ ਤੇਰੇ ਕੋਲ ਆ, ਅਸੀਂ ਕਿਹਦੇ ਕੋਲ ਜਾਈਏ, ਫਿਰ ਉਹ ਬਾਅਦ 'ਚ ਫਿਰ ਇੱਥੇ ਸਾਰਾ ਕੁਛ ਨਾ ਰਹਿ ਜਾਵੇ। ਇਸ ਲਈ ਵਚਨ ਨੂੰ ਗਹਿਰਾਈ ਦੇ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ
पुत्र होने पर भी उसने दुख उठा उठाकर आज्ञाकारी माननी सीखी। की सीगा? पुत्र सीगा, पर आज्ञाकारी मननी सीखी। ਜ਼ਰੂਰਤ नहीं सी ਉਹਨੂੰ, पर क्यों ये सब कुछ करता पिया मनुखी रूप ਦੇ ਵਿੱਚ? ਤਾਂ ਕਿ ਸਾਡੇ ਲਈ ਇੱਕ ਨਮੂਨਾ ਬਣੇ। ਕੀ ਬਣੇ ਭਲਾ? ਸਾਡੇ ਲਈ ਇੱਕ ਐਗਜ਼ੈਂਪਲ ਬਣੇ, ਸਾਡੇ ਲਈ ਇੱਕ ਨਮੂਨਾ ਰੱਖੇ ਵੀ ਮੈਂ ਜੇ ਤੁਹਾਡਾ ਵੱਡਾ ਭਰਾ, ਅਸੀਂ ਉਹਨੂੰ ਹੁਣ ਪ੍ਰਭੂ ਯਿਸੂ ਮਸੀਹ ਨੂੰ ਕੀ ਕਹਿੰਦੇ ਆ? ਸਾਡਾ ਵੱਡਾ ਭਰਾ। ਜੇ ਵੱਡੇ ਦੇ ਨਾਲ ਇਹ ਸਭ ਕੁਝ ਹੋਇਆ ਤੇ ਵੱਡੇ ਨੇ ਆਹ ਕੁਝ ਕੀਤਾ, ਤੇ ਫਿਰ ਛੋਟਿਆਂ ਦੇ ਲਈ ਵੀ ਕੀ ਆ? ਉਸ ਚੀਜ਼ ਨੂੰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। और सिद्ध बनकर अपने सब आज्ञा मानने वालों के लिए सदा काल के उद्धार का कारण हो गया। जिन्हां ने हुण उस नजात नूं पाउणा आ, उन्हां दे लई ओह इह सब कुछ उहने मनुखी रूप दे विच, इंसान दे रूप दे विच करके विखाया। सो असीं देखना है, जैसा असीं पहलां सुनिया कि अनंत जीवन नूं पाउण लई हर वेले त्याग की जरूरत है। काहदी भला? त्याग की। तुहाडे उर्दू विच की कहंदे त्याग नूं? हाँ जी, कुर्बानी दी। उस अनंत जीवन नूं पाउण दे लई हर वेले कुर्बानी की जरूरत है। ये नहीं भी चलो एक कर दित्ती तो काफ़ी है। कदों कदों भला? हर वेले। की लिखा वचन दे विच? जो हर रोज अपना क्रूस उठाए। कदों कदों भला? ये नहीं एक बारी चक के ਉਹਦੇ ਵਾਂਗੂ ਉਹ तो एक बारी लैके गया है गलगथा ਦੇ ਤੇ ਆਪਾਂ भी चक ਲੈਂਦੇ एक बारी, है ना। ਤੇ ਜਾਂ ਜਿੱਦਾਂ ਫਿਰ ਸਾਡੇ ਭਾਈ ਕੈਥਲਿਕ ਵਾਲੇ ਕਰਦੇ ਆ, ਉਹ ਜਦੋਂ ਆਉਂਦਾ ਨਾ ਉਹ ਆਪਣੇ ਗੁੱਡ ਫਰਾਈਡੇ, ਉਹ ਫਿਰ ਸਲੀਬਾਂ ਚੁੱਕ ਕੇ ਤੇ ਜਾਂਦੇ, ਕਹਿੰਦੇ ਉਹਨੇ ਕਿਹਾ ਸੀ ਵੀ ਤੁਸੀਂ ਚੁੱਕ ਕੇ ਜਾਣੀ। ਇਹ ਉਹ ਸਲੀਬ ਨੇ ਜਿਹੜੀ ਲੱਕੜ ਦੀ ਚੁੱਕ ਕੇ ਤੇ ਤੁਸੀਂ ਡਰਾਮਾ ਕਰਦੇ ਹੋ। ਇਹ ਲੱਕੜਾਂ ਵਾਲੀਆਂ ਚੁੱਕ ਕੇ ਤੇ ਇੱਦਾਂ ਤੁਰਨ ਵਾਲੇ ਕਿੱਥੇ ਰਹਿਣੇ ਭਲਾ? ਇਹ ਇੱਥੇ ਰਹਿਣੇ। ਗਲਾਂ ਵਿੱਚ ਪਾਉਣ ਵਾਲੇ ਵੀ ਇੱਥੇ ਰਹਿ ਜਾਣੇ। ਇਹ ਤੇ ਉਹ ਜਾਣੇ ਆ ਜਿਹੜੇ ਹਰ ਰੋਜ਼ ਉਹਦੇ ਵਾਂਗੂ ਚੜਾਉਣਗੇ, ਜਿਵੇਂ ਉਹਨੇ ਦੁੱਖ ਸਿਆ, ਜਿਹੜੇ ਹਰ ਰੋਜ਼ ਉਹਦੇ ਲਈ ਇਸ ਤਰ੍ਹਾਂ ਕੁਰਬਾਨੀ ਕਰਨ ਦੇ ਲਈ ਤਿਆਰ ਹੋਏ। ਅਨੰਤ ਜੀਵਨ ਉਹਨਾਂ ਦਾ ਆ, ਇਸ ਤੋਂ ਘੱਟ ਤੇ ਮਿਲਣ ਵਾਲਾ नहीं है। सो हर वेले की चित रखना, जो हर रोज अपनी क्रूस उठाए और मेरे पीछे हो ले। हर रोज ओहो ही आ कहंदा शागिर्द, ओहो ही आ जिहड़ा इस अनंत जीवन नूं पाउण दा अधिकारी आ। इस तो घट दे ते सौदा होना ही नहीं है। सो इन्हां चीज़ां नूं ध्यान रखदे असीं वधदे आ, देखदे आ कि वचन किहो जिहा जे त्यागां दे बारे सानूं सिखाउंदा है। त्याग की गल तो असीं कल ही कुरबानी गल करी, किहो जिहियां कुरबानियां दे बारे वचन सानूं दसदा। सब तो पहला त्याग, सब तो पहला त्याग पढ़ांगे मत्ती दी अंजील 4 अध्याय उहदी 19 ते 20। अज थोड़ियां आयतां ज़्यादा पढ़ांगे और जल्दी समाप्त करांगे। हालेलुया। सब तो पहला मैथ्यू चैप्टर 4 वर्स 19 to 20। और उनसे कहा मेरे पीछे चले आओ, और उनसे कहा मेरे पीछे चले आओ, तो मैं तुमको मनुष्यों के पकड़ने वाला बनाऊंगा। वह तुरंत जालों को छोड़कर उसके पीछे किहनू छड्ड के जी? किहनू फड़न वाला बनावांगा? कहंदा मनुक्खां नूं, है ना। मनुक्खां नूं फड़न वाला तुहानूं बनावांगा। ते ओह की करदे पए सीगे भला? मच्छियां फड़दे, जानी कि अपने काम दे उत्ते सीगे। की करदे पए सी भला? की करदे सी? बोलो सारे ने। ओह अपने काम दे उत्ते सीगे। ਇਹ ਨਹੀਂ ਵੀ ਕੰਮ ਦੇ ਚੱਲੇ ਸੀ, ਕੰਮ ਦੇ ਉੱਤੇ ਹੀ ਸੀਗੇ, ਕੰਮ ਨੂੰ ਕਰਦੇ ਪਏ ਸੀਗੇ। ਜਦੋਂ ਉਹਨਾਂ ਨੂੰ ਕੀ ਕਿਹਾ ਉਹਨੇ? ਆਓ ਮੇਰੇ ਪਿੱਛੇ ਹੋ ਲਓ, ਮੈਂ ਤੁਹਾਨੂੰ ਮਨੁੱਖਾਂ ਦੇ ਅਧਿਕਾਰੀ, ਆਦਮ ਦੇ ਕੀ ਕਹਿੰਦਾ ਸ਼ਿਕਾਰੀ ਬਣਾਵਾਂਗਾ। ਸੋ ਉਹ ਉਸੇ ਟਾਈਮ ਹੀ ਆਪਣੇ ਜਾਲ ਉੱਥੇ ਹੀ ਛੱਡ ਕੇ ਤੇ ਉਹਦੇ ਪਿੱਛੇ ਕੀ ਸਿੱਖ ਰਹੇ ਭਲਾ? ਕੁਰਬਾਨੀ। ਕੁਰਬਾਨੀ ਤੋਂ ਬਿਨਾਂ ਉਹ ਮਿਲਣ ਵਾਲਾ ਨਹੀਂ ਹੈ। ਇਹਨਾਂ ਨੇ ਕੀ ਛੱਡਤਾ ਭਲਾ? अपना कामकार ही छड़ के की हो गया भला? इक्को वारी उन्हें आवाज़ दी। पहली बारी मिलिया ना प्रभु तो उन्होंने जानता, पर यह प्रभु नूं जानदे ये नहीं सी जानते। पर जिवें उस आवाज़ नूं सुनिया, इन्हां नूं पता लग गया इस मनुख दे विचों निकलण वाली आवाज़ उस ताकत दी है जिन्हों इनकार किया जा सकता नहीं है। तो सब कुछ छड्डिया तो उहदे पिछे हो गए। दूसरा त्याग मत्ती दी अंजील 4 अध्याय उहदी 21 आयत। मत्ती दी अंजील 4 अध्याय उहदी 21 आयत। ये किहनूं बुलाया सी? पतरस ते इंद्रियास नूं। ते हुण देखदे हां उस तो अगे दो भरा हो रहा। और वहां से आगे बढ़कर उसने और 2 भाइयों को अर्थात जब्दी के पुत्र यकूब और उसके भाई यूहन्ना को अपने पिता जब्दी के साथ नाव पर अपने जालों को सुधारते देखा, और उन्हें भी बुलाया।
वह तुरंत नाव पर अपने पिता को छोड़कर उसके पीछे हो लिए। कहनो जी भापे दे नाल काम दे उत्ते लगे होए आ। हाँ जी, हुण असली भापे दी आवाज़ पई ते हुण इस भापे दी फिक्र कीती ते असीं ते कहने पापा जी मनदे नहीं। हाँ जी, पापा जी गुस्से होणगे, पापा जी किते नाराज़ हो ते पापा ते इन्हां दा भी सी ना ते काम दे उत्ते सी। एक तो पहले देखा एक वो आप काम दे उत्ते सीगे, ये भापे दे नाल काम दे उत्ते है। तो जो यसु मसीह ने कहा भी आ जाओ तो फिर भापे दी नहीं परवाह की तो ना काम दी परवाह की तो मगर हो तुरे। इसलिए हुण समां जिहड़ा की है नाजुक आ। पतरस इंद्रियास ने काम छड्डिया है ना, याकूब ते यूहन्ना ने काम दे नाल नाल अपना प्यो भी छड्ड दित्ता। असीं की छड्डिया? ना काम छड्डिया ना ही प्यो छड्डिया। हर रोज है ना, एक दिन नहीं, हर रोज। अगे चलते हैं। तीसरा त्याग, पहला त्याग किहड़ा देखिया सी कामकार दा, दूजा अपने प्यो तक दा। तीसरा त्याग घमंडी मन नूं दीन बनाउणा। की करना भला? घमंडी मन नूं दीन बनाउणा है, क्योंकि अनंत जीवन दीना दा ही है। किहड़ा दा? घमंड दे विच रह के असीं उस अनंत जीवन नूं पा सकदे नहीं। मैं तो कर नहीं सकदा, नहीं मैं तो मान नहीं सकदा, नहीं मैं तो इन्ना थल्ले लग नहीं सकदा, नहीं मैं तो इन्ना झुक ही नहीं सकदा। तो नहीं झुक सकदा फिर निकल, फिर यसु मसीह च तेरा कोई जगह नहीं है। इत्थे ते अपनी सारी खुदी का की करना भला? इनकार करना। की कहना? जो मेरे पीछे आना चाहे सबसे पहले अपनी खुदी का ये तो जो खुदी का इनकार करके आऊगा वो पिछे चलन दे योग आ। जो खुदी का इनकार करने लिए तैयार नहीं वो पिछे चलन दे भी योग नहीं है। खुदी का इनकार करना मतलब अपने आप की कर देना भला? दीन कर देना। पढ़ लांगे एक वचन मत्ती दी अंजील 5 अध्याय दी 3 आयत जल्दी जल्दी। धन्य है वे जो मन के दीन है। कौन है धन? मन के दीन बोलो सारे, कौन है धन भला? तेरे मन के जो दिल के गरीब हैं, जेड़े मन दे की है दीन है। हालेलुया। सो स्वर्ग दा राज उन्हां दा है जेड़े घमंड नूं छड्डणगे ते दीन होणगे। उन्हां दा राज है। इस तो घट ते सौदा पुगना नहीं है। अगला देखते हैं चौथा त्याग, संसारिक सुख की जगह सताव नूं सहना है। की करना भला? सतावट नूं की करना भला? सहना है। तो असी प्रभु दे कोल इस नहीं आए कि सानू सुख की प्राप्ति होवे, बल्कि याद रखो कादे लिए बुलाए गए हैं भला? असी हर रोज सताए जाण दे लिए बुलाए गए हैं। कादे लिए जी? किहदे सताए जावांगे भला? सब तो पहला घरदियां ते। कित्थों कित्थों जी? सब तो पहला घरदियां को। कल मैनूं भैन पुछ रही सी प्रियंका, कहंदे भी पासी तुसीं कनेडा फिर कदों जा रहे हैं? तो मैं कहा जी भी खुदा दी मर्जी हुई तो अगले साल मई दे विच। ते कहंदे परिवार नूं नाल ही लैके जा रहे। मैं परिवार दा सारा पंगा, फिर तो मैं अमरीका ही ठीक है। हाँ जी, फिर मैं कनेडा कल ही जाना। परिवार नूं ते छड्ड के जाना ताकि परिवार का भरोसा किते बन सके। बोलो सारे किते? परिवार नूं छड्डण दा मतलब ये नहीं कि परिवार नूं छड्ड ही देना है। परिवार तो दूर होना काहदे लई भला? इन्हां दा भरोसा इकबाल गिल नूं छड्ड के किते बने? इकबाल गिल नूं बनाउण वाले दे उत्ते बने। इन्हां नूं पता लगे कि इस तो बिना भी असीं जीवन जी सकते हैं और इन्हां तो बिना भी साडियां जरूरतां पूरीआं करन दे लई जिन्हों ये मानदा वो साडियां भी जरूरतां पूरीआं कर सकदा है ना। सो की करना भला? संसारिक सुखां दा की करना है? त्याग करना है। तो दुख नूं सहना है। तो दुख सब तो ज़्यादा कित्थों मिलदा भला? अपने परिवार तो। सब तो ज़्यादा कित्थे मिलदा जी? अपने परिवार तो ही मिलदा है। तो इस करके यसु मसीह पहले ही लिख के दे गया तुहाडे घर दे ही तुहाडे वैरी होणगे। कौन भला? बालियां दी नहीं गल। ये नहीं कहा तुहाडा गुआंढी तुहाडा वैरी होगा। की लिखिया इहदा? हाँ जी, की लिखिया भला? तुहाडे। तो की असीं यकीन करदे यसु मसीह सच बोलदा कि झूठ बोलदा? तुहाडे घर दे तुहाडे। ये वैरी माँ के रूप च भी हो सकदा, ये वैरी प्यो के रूप च भी हो सकदा, ये वैरी पति के रूप च हो सकदा, ये वैरी पत्नी के रूप च भी हो सकदा, ये वैरी भरा के रूप च हो सकदा, ये वैरी भैन के रूप च हो सकदा, ये वैरी भरजाई के रूप च भी हो सकदा, ये वैरी ननान के रूप में भी हो सकता है, ये जीजे के रूप में भी हो सकता।
ਤੇ ਸਾਲੇ ਦੇ ਰੂਪ ਦੇ ਵਿੱਚ ਵੀ ਤੁਹਾਡੇ ਘਰ ਦੇ ਤੁਹਾਡੇ ਕੀ ਹੋਣਗੇ ਭਲਾ? ਇਹ ਕਿਸੇ ਵੀ ਰੂਪ ਦੇ ਵਿੱਚ ਇਹ ਰਿਸ਼ਤੇ ਰੁੱਸੇ ਦਾ ਧਿਆਨ ਕਰਿਓ। ਔਰ ਇਹ ਸਾਰਿਆਂ ਦੇ ਜੀਵਨ ਦੇ ਵਿੱਚ ਪ੍ਰੈਕਟੀਕਲ ਹੁੰਦੇ ਆ। ਕਿਸੇ ਦਾ ਸਾਲਾ ਭੈੜਾ, ਕਿਸੇ ਦਾ ਜੀਜਾ ਭੈੜਾ, ਕਿਸੇ ਦੀ ਭਰਜਾਈ ਭੈੜੀ, ਕਿਸੇ ਦੀ ਨਨਾਣ ਭੈੜੀ, ਕਿਸੇ ਦਾ ਪੁੱਤ ਭੈੜਾ, ਕਿਸੇ ਦਾ ਪਿਓ ਭੈੜਾ, ਕਿਸੇ ਦੀ ਧੀ ਭੈੜੀ ਤੇ ਕਿਸੇ ਦੀ ਮਾਂ ਭੈੜੀ। ਸੋ ਇਹ ਸਾਰਾ ਕੁਝ ਕੀ ਹੈ ਸੰਸਾਰ ਦੇ ਵਿੱਚ ਚੱਲੀ ਜਾਂਦਾ ਆ। ਸੋ ਇਹਨਾਂ ਸਤਾਵਟਾਂ ਦਾ ਅਸੀਂ ਕੀ ਕਰਨਾ ਭਲਾ? ਸਾਹਮਣਾ ਕਰਨਾ, ਕਿਉਂਕਿ ਯਿਸੂ ਮਸੀਹ ਪਹਿਲਾਂ ਲਿਖ ਕੇ ਦੇ ਕੇ ਗਿਆ ਆ, ਅਨੰਤ ਜੀਵਨ ਪਾਉਣ ਵਾਲਿਓ ਧਿਆਨ ਰੱਖਿਓ ਤੁਹਾਡੇ ਘਰ ਦੇ ਹੀ ਤੁਹਾਡੇ ਕੀ ਹੋਣਗੇ? ਤੁਹਾਡੇ ਘਰ ਦੇ ਤੁਹਾਡੇ ਵੈਰੀ। ਇਹ ਜੀਵਨ ਇਦਾਂ ਥੋੜੀ ਮਿਲਣ ਵਾਲਾ ਹੈ। ਇਹ ਅਨੰਤ ਜੀਵਨ ਮਤਲਬ ਹਮੇਸ਼ਾ ਦਾ ਰਾਜ ਆ। ਸਾਡੇ ਭਾਈ ਢੱਡਰੀਆਂ ਵਾਲੇ ਪਿੱਛੇ ਬੋਲੇ ਕੁਛ ਤੇ ਮੈਂ ਚੁੱਪ ਰਿਹਾ। ਮੈਂ ਕਿਹਾ ਨਹੀਂ, ਮੈਂ ਨਹੀਂ ਬੋਲਣਾ ਇਸ ਵਾਰੀ। ਮੈਂ ਦੇਖਾਂ ਵੀ ਬੋਲਣ ਦਾ ਮੂੰਹ ਬਾਕੀਆਂ ਨੂੰ ਵੀ ਤੇ ਸਾਈਆਂ ਨੂੰ ਦਿੱਤਾ ਹੀ ਹੋਇਆ ਵੀ ਕੋਈ ਬੋਲੇ। ਅਜੇ ਤੱਕ ਕੋਈ ਉਹਨੂੰ ਸਪਸ਼ਟ ਰੂਪ ਦੇ ਵਿੱਚ ਜਿੱਦਾਂ ਇੱਕ ਗਿਆਨਵਾਨ ਬੰਦਾ ਜਾਂ ਜਿਹੜਾ ਬਾਈਬਲ ਨੂੰ ਜਾਣਨ ਵਾਲਾ ਬੰਦਾ ਜਿਸ ਤਰੀਕੇ ਨਾਲ ਜਵਾਬ ਦੇਣਾ ਚਾਹੀਦਾ, ਅਜੇ ਤੱਕ ਭਾਈ ਢੱਡਰੀਆਂ ਵਾਲੇ ਦਾ ਤਰੀਕੇ ਦੇ ਨਾਲ ਕਿਸੇ ਨੇ ਕੋਈ ਜਵਾਬ ਦਿੱਤਾ? ਕਿਸੇ ਨੇ ਕੋਈ ਜਵਾਬ ਦਿੱਤਾ ਨਹੀਂ ਹੈ। ਤੇ ਜਿਹਨਾਂ ਜਵਾਬ ਦਿੱਤਾ ਪਤਾ ਨਹੀਂ ਵਿਚਾਰੇ ਕੀ ਕਹਿਣ ਦੀ ਕੋਸ਼ਿਸ਼ ਕਰਦੇ। ਉਹਨਾਂ ਨੇ ਇੱਕ ਗੱਲ ਜਿਹੜੀ ਕਹੀ ਜਿਹਦਾ ਜਵਾਬ ਦੇਣਾ ਬਣਦਾ ਸੀ। ਕੀ ਕਿਹਾ ਭਲਾ ਉਹਨਾਂ ਨੇ? ਕਹਿੰਦਾ ਸਿੱਖੋ ਇੱਕ ਗੱਲ ਧਿਆਨ ਕਰ ਲਓ, ਇਹ ਜਿਸ ਹਿਸਾਬ ਨਾਲ ਅੰਮ੍ਰਿਤਸਰ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਐਡਾ ਵੱਡਾ ਕ੍ਰਿਸਚਨਾਂ ਦਾ ਪ੍ਰੋਗਰਾਮ ਹੋਇਆ, ਮੈਨੂੰ ਲੱਗਦਾ ਆ ਵੀ ਖਾਲਿਸਤਾਨ ਬਣੇ ਜਾਂ ਨਾ ਬਣੇ ਪਰ ਈਸਾਈਸਤਾਨ ਜ਼ਰੂਰ ਬਣ ਜੂ। ਹਾਂਜੀ, ਕ੍ਰਿਸਚਨ ਸਥਾਨ ਜਿਹੜਾ ਇਹ ਭਲਾ ਨਹੀਂ, ਮੈਂ ਈਸਾਈ ਜਾਣਬੁੱਝ ਕੇ ਕਿਹਾ ਆ। ਈਸਾਈਸਤਾਨ ਤਾਂ ਬਣ ਸਕਦਾ, ਲੇਕਿਨ ਕ੍ਰਿਸਚਨ ਸਥਾਨ ਨੂੰ ਕ੍ਰਿਸਚਨ ਸਥਾਨ ਬਣਾਉਣ ਦੀ ਜ਼ਰੂਰਤ, ਕ੍ਰਿਸਚਨਾਂ ਨੂੰ ਕ੍ਰਿਸਚਨ ਸਥਾਨ ਦੀ ਜ਼ਰੂਰਤ ਨਹੀਂ ਹੈ। ਕਿਉਂ ਭਲਾ? ਤੁਸੀਂ ਵਚਨ 'ਚ ਉਹਨੂੰ ਜਵਾਬ ਦਿਓ ਨਾ, ਭਾਈ ਜੀ ਤੁਸੀਂ ਰਾਜ ਕਰਨਾ 5 ਸਾਲ, ਤੁਸੀਂ ਰਾਜ ਕਰੋਗੇ 10 ਸਾਲ। ਤੁਹਾਡੇ ਵਿੱਚੋਂ ਬਹੁਤ ਜ਼ਿਆਦਾ ਜਿਹੜਾ ਰਾਜ ਕੀਤਾ ਉਹ ਮਹਾਰਾਜਾ ਰਣਜੀਤ ਸਿੰਘ ਕਰ ਗਿਆ। ਕਿੰਨੇ ਸਾਲ ਕਰ ਗਿਆ ਹੋਊਗਾ? 40 ਜਾਂ 50 ਸਾਲ। ਸਾਡਾ ਰਾਜ ਐਡਾ ਛੋਟਾ ਨਹੀਂ ਜਿਹੜਾ ਅਸੀਂ ਕਰਨਾ ਹੈ। ਹਾਲੇਲੂਇਆ। ਜਿਹੜਾ ਅਸੀਂ ਰਾਜ ਕਰਨਾ ਉਹ ਐਡਾ ਛੋਟਾ, ਤੇ ਜਿਹੜਾ ਅਸੀਂ ਰਾਜ ਕਰਨਾ ਉਹ ਐਡਾ ਗਿਰਿਆ ਤੇ ਘਟੀਆ ਵੀ ਨਹੀਂਗਾ। ਸਮਝ ਰਹੇ ਮੇਰੀ ਗੱਲ ਨੂੰ? ਜਿਹੜਾ ਰਾਜ ਅਸੀਂ ਕਰਨਾ ਆ ਉਹ ਐਡਾ ਗਿਰਿਆ ਤੇ ਘਟੀਆ ਹੋਇਆ, ਉਹ ਐਡੀ ਗਿਰੀ ਹੋਈ ਮਾਨਸਿਕਤਾ ਵਾਲਾ ਵੀ, ਉਹ ਕਿਸੇ ਨੂੰ ਗਿਰਾ ਕੇ ਕਰਨ ਵਾਲਾ ਰਾਜ ਨਹੀਂ। ਉਹ ਕਿਸੇ ਦੇ ਉੱਤੇ ਤਸ਼ੱਦਦ ਕਰਕੇ ਕਰਨ ਵਾਲਾ ਰਾਜ, ਉਹ ਕਿਸੇ ਨੂੰ ਛੋਟਾ ਦਿਖਾ ਕੇ ਕਰਨ ਵਾਲਾ ਰਾਜ, ਉਹ ਕਿਸੇ ਜਾਤ ਮਜ਼ਹਬ ਧਰਮ ਦੇ ਨਾਂ ਤੇ ਕੀਤਾ ਜਾਣ ਵਾਲਾ ਰਾਜ ਨਹੀਂ ਆ। ਉਹ ਰਾਜ ਆ ਜਿਹਨੂੰ ਇਹ ਵਿਚਾਰੇ ਕਹਿੰਦੇ ਆ, ਪਰ ਬਾਈਬਲ ਦੇ ਲੋਕਾਂ ਨੇ ਉਹ ਕਰਨਾ ਆ। ਰਾਜ ਕਰੇਗਾ ਖਾਲਸਾ। ਤੇ ਕਿੰਨੇ ਸਾਲ ਦਾ? ਬੋਲੋ ਸਾਲ। ਨਹੀਂ, ਕਿ ਇਸ ਧਰਤੀ ਉੱਤੇ ਵੀ ਕਰਨਾ ਹੋਣਾ ਸੀ ਰਾਜ। ਇਸ ਧਰਤੀ ਉੱਤੇ ਅਸੀਂ ਇੱਕ ਰਾਜ ਕਰਨ ਵਾਸਤੇ ਹੋਣਾ ਆ। ਕਿੰਨੇ ਸਾਲ ਦਾ ਭਲਾ? 1000 ਸਾਲ ਦਾ ਰਾਜ। ਕਿਹਦੇ ਨਾਲ ਮਿਲ ਕੇ ਕਰਨਾ ਆ? ਜਿਹਦੇ ਵਚਨ ਨੂੰ ਅਸੀਂ ਪੜ੍ਹ ਰਹੇ ਹਾਂ। ਹਾਲੇਲੂਇਆ। ਜਿਹਦੇ ਵਚਨ ਨੂੰ ਅਸੀਂ ਸੁਣ ਰਹੇ ਹਾਂ, ਉਹਦੇ ਨਾਲ ਬੈਠ ਕੇ ਅਸੀਂ ਬਾਦਸ਼ਾਹ ਹੋਵਾਂਗੇ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਸਾਡੇ ਨਾਲ ਹੋਊਗਾ। ਦੁਨੀਆ ਦੀ ਪਾਰਲੀਮੈਂਟ ਕਿੱਥੇ ਹੋਊਗੀ? ਤੁਹਾਨੂੰ ਮੈਨੂੰ ਲੱਗਦਾ ਛੱਡ ਹੀ ਦੇਵਾਂ ਮੈਂ, ਕਿਸੇ ਹੋਰ ਜਾ ਕੇ ਮਿਹਨਤ ਕਰਾਂ। ਤੁਹਾਨੂੰ ਸੈਕੰਡ ਕਮਿੰਗ ਦੇ ਵਿੱਚ ਸਾਰੀਆਂ ਚੀਜ਼ਾਂ ਸਮਝਾਈਆਂ ਹੋਈਆਂ, ਕਿਉਂ ਨਹੀਂ ਚੇਤਾ ਰਹਿੰਦਾ ਵੀ? ਬੋਲੋ। 1000 ਸਾਲ ਦੀ ਪਾਰਲੀਮੈਂਟ ਕਿੱਥੇ ਹੋਊਗੀ? ਇਸਰਾਇਲ ਦੇ ਵਿੱਚ। ਇਸਰਾਇਲ ਵਿੱਚ ਪਾਰਲੀਮੈਂਟ ਜਿਹੜਾ ਆਫਿਸ ਆ ਉਹ ਕਿੱਥੇ ਹੋਊਗਾ ਭਲਾ? ਇਸਰਾਇਲ ਦਾ ਮੰਦਰ। ਕੀ ਹੋਗਾ ਭਲਾ? ਥਰਡ ਟੈਂਪਲ, ਜਿਹਦੇ ਉੱਤੇ ਹਰ ਵਿਸ਼ਵਾਸੀ ਦੀ ਨਿਗਾਹ ਟਿਕੀ ਹੋਈ ਆ, ਜਿਹਦੇ ਨਾਲ ਤਮਾਮ ਭਵਿੱਖਬਾਣੀਆਂ ਜੁੜੀਆਂ ਹੋਈਆਂ ਆ। ਉਹ ਥਰਡ ਟੈਂਪਲ ਜਿਹਦੀ ਪੂਰੀ ਦੀ ਪੂਰੀ ਤਿਆਰੀ ਕਰਕੇ ਯਹੂਦੀ ਲੋਕ ਕੀ ਕਿਤੇ ਕਰਦੇ ਭਲਾ? ਬੈਠੇ ਹੋਏ ਆ। ਸਿਰਫ ਇੱਕੋ ਚੀਜ਼ ਦੀ ਇੰਤਜ਼ਾਰ ਦੇ ਵਿੱਚ ਆ, ਮਸਾਇਆ ਆਊਗਾ। ਹਾਲੇਲੂਇਆ। ਕੌਣ ਆਊਗਾ ਭਲਾ? ਮਸਾਇਆ ਆਊਗਾ। ਔਰ ਇਹ ਹੈਕਲ ਜਿਹੜੀ ਆ, ਇਹ ਮੰਦਰ ਜਿਹੜਾ ਬਣ ਕੇ ਮੁਕੰਮਲ ਹੋ ਕੇ ਤਿਆਰ ਹੋਵੇਗਾ। ਹਾਲੇਲੂਇਆ। ਉਹ ਕੀ ਹੋਗੀ? ਉਸ 1000 ਸਾਲ ਦੇ ਰਾਜ ਦੇ ਵਿੱਚ ਪੂਰੀ ਦੁਨੀਆ ਦੀ ਵਿੱਚ ਇੱਕੋ ਹੀ ਪਾਰਲੀਮੈਂਟ ਹੋਵੇਗੀ। ਕਿੱਥੇ ਭਲਾ? ਇਸਰਾਇਲ ਦੇਸ਼ ਦੇ ਵਿੱਚ। ਕਿਸ ਜਗ੍ਹਾ ਦੇ ਉੱਤੇ? ਯਰੂਸ਼ਲਮ ਦੇ ਵਿੱਚ। ਯਰੂਸ਼ਲਮ ਕਿਹੜੀ ਜਗ੍ਹਾ ਤੇ? ਜਿਸ ਜਗ੍ਹਾ ਤੇ ਉਹ ਮੰਦਰ ਆ। ਹਾਲੇਲੂਇਆ।
ਸੋ ਪਿਆਰੇ ਅਜੀਜ਼ੋ, ਉਸ ਜਗ੍ਹਾ ਦੇ ਉੱਤੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਮਿਲ ਕੇ ਇਸ ਧਰਤੀ ਦੇ ਉੱਤੇ 1000 ਸਾਲ ਦਾ ਰਾਜ ਕਰਨ ਦੇ ਵਾਸਤੇ ਆਉਣਾ ਆ। ਕੀ ਕਰਨਾ ਭਲਾ? ਅਸੀਂ ਇੱਥੇ ਹੋਣਾ ਨਹੀਂ ਤੇ ਉਹਨੇ ਰਾਜ ਕਰਨ ਲਈ ਨਹੀਂ ਹੋਣਾ, ਬਲਕਿ ਪਹਿਲਾਂ ਉਹਨੇ ਸਾਨੂੰ ਆਪਣੇ ਨਾਲ ਲੈ ਕੇ ਜਾਣਾ ਹੈ। ਹਾਲੇਲੂਇਆ। 7 ਸਾਲ ਅਸੀਂ ਪਰਮੇਸ਼ਵਰ ਦੇ ਨਾਲ ਉਸ ਤੀਸਰੇ ਆਕਾਸ਼ ਦੇ ਵਿੱਚ ਰਵਾਂਗੇ। ਕਿੰਨੇ ਸਾਲ? 7 ਸਾਲ ਅਸੀਂ ਪਰਮੇਸ਼ਵਰ ਦੇ ਨਾਲ ਉਸ ਤੀਸਰੇ ਆਕਾਸ਼ ਦੇ ਵਿੱਚ ਰਵਾਂਗੇ। ਭਾਈ ਢੱਡਰੀਆਂ ਵਾਲਾ ਜੀ ਜੇ ਸੁਣਦੇ ਹੋਣ ਤੇ ਤੁਹਾਨੂੰ ਦੱਸ ਦਈਏ, ਇਹ ਤੁਹਾਡੇ ਨਸੀਬ ਦੇ ਵਿੱਚ ਨਹੀਂ ਹੈ। ਪਰਮੇਸ਼ਵਰ ਦੇ ਨਾਲ ਬੈਠ ਕੇ 1000 ਸਾਲ ਦਾ ਇਸ ਧਰਤੀ ਦੇ ਉੱਤੇ ਰਾਜ ਕਰਨਾ, ਇਹ ਤੁਹਾਡੇ ਨਸੀਬ ਦੇ ਵਿੱਚ ਨਹੀਂ ਹੈ, ਕਿਉਂਕਿ ਤੁਹਾਨੂੰ ਇਸ ਧਰਤੀ ਦਾ ਰਾਜ ਚਾਹੀਦਾ ਆ। ਸਾਨੂੰ ਇਸ ਧਰਤੀ ਦੇ ਰਾਜ ਦੇ ਨਾਲ ਕੋਈ ਵੀ ਮਤਲਬ ਨਹੀਂ ਆ। ਪਿਲਾਤੂਸ ਨੂੰ ਜਦੋਂ ਯਿਸੂ ਮਸੀਹ ਨੇ ਸਵਾਲ ਕੀਤਾ, ਪਿਲਾਤੂਸ ਨੇ ਯਿਸੂ ਮਸੀਹ ਦੇ ਨਾਲ, ਤੇ ਯਿਸੂ ਮਸੀਹ ਨੇ ਉਹਨੂੰ ਜਵਾਬ ਦਿੱਤਾ, ਕਹਿੰਦਾ ਮੇਰਾ ਰਾਜ ਇਸ ਧਰਤੀ ਦਾ ਰਾਜ, ਮੇਰਾ ਰਾਜ ਇਸ ਧਰਤੀ ਦਾ ਰਾਜ ਨਹੀਂ ਹੈ। ਜੇ ਮੇਰਾ ਰਾਜ ਇਸ ਧਰਤੀ ਦਾ ਰਾਜ ਹੁੰਦਾ ਤੇ ਮੇਰੇ ਸੈਨਿਕ ਫਿਰ ਲੜਦੇ। ਕੀ ਹੁੰਦਾ ਭਲਾ? ਮੇਰਾ ਰਾਜ ਜੇ ਧਰਤੀ ਦਾ ਹੁੰਦਾ ਤੇ ਫਿਰ ਮੇਰੇ ਸੈਨਿਕ ਲੜਦੇ। ਜਦੋਂ ਪਤਰਸ ਨੇ ਕੰਨ ਉਡਾਇਆ, ਉਦੋਂ ਵੀ ਉਹਨੇ ਕਿਹਾ ਨਾ, ਜੇ ਗੱਲ ਲੜਾਈ ਦੀ ਹੋਵੇ ਤੇ ਫਿਰ ਦੁਨੀਆ ਦੀ ਕੋਈ ਤਾਕਤ ਤੇ ਮੇਰੇ ਸਾਹਮਣੇ ਠਹਿਰ ਸਕਦੀ? ਮੈਂ ਤੇ ਆਪਣੇ ਪਿਤਾ ਨੂੰ ਕਹਾਂ ਤੇ ਉਹ ਫਰਿਸ਼ਤਿਆਂ ਦੀ ਫੌਜ, ਇੱਕ ਫਰਿਸ਼ਤਾ ਇੱਕ ਪੂਰੇ ਗ੍ਰਹਿ ਨੂੰ ਇੱਕ ਛਣ ਦੇ ਵਿੱਚ ਤਬਾਹ ਕਰਨ ਦੀ ਕੁਦਰਤ ਬੰਦੇ ਦੀ ਤਾਂ ਔਕਾਤ ਹੀ ਕੁਛ ਨਹੀਂ। ਇਸ ਕੀ ਕਹਿੰਦਾ? ਮੇਰਾ ਰਾਜ ਨਹੀਂ ਆ। ਜਬਦੀ ਦੀ ਮਾਂ ਨੇ ਜਦੋਂ ਕਿਹਾ ਨਾ ਯਿਸੂ ਮਸੀਹ ਨੂੰ ਵੀ ਤੇਰਾ ਰਾਜ ਆਵੇ ਤੇ ਮੇਰੇ ਇੱਕ ਪੁੱਤਰ ਨੂੰ ਸੱਜੇ ਤੇ ਇੱਕ ਪੁੱਤਰ ਨੂੰ, ਉਹ ਵੀ ਵਿਚਾਰੀ ਭੁਲੇਖੇ 'ਚ ਪੈ ਗਈ। ਉਹਨੇ ਸੋਚਿਆ ਸ਼ਾਇਦ ਇੱਥੇ ਰਾਜ ਕਰਨਾ, ਇਹ ਜਿਹੜਾ ਆਇਆ ਨਾ ਇੱਥੇ ਹੀ ਇਹਨੇ ਹੁਣੇ ਪਾਰਲੀਮੈਂਟ ਬਣਾਉਣੀ ਆ, ਤੇ ਉਹ ਵੀ ਭੁਲੇਖੇ 'ਚ ਪੈ ਗਈ ਤੇ ਕਹਿੰਦੀ ਵੀ ਜੋ ਤੇਰਾ ਰਾਜ ਆਵੇ ਤੇ ਇੱਕ ਮੇਰੇ ਪੁੱਤਰ ਤੇਰੇ ਸੱਜੇ ਪਾਸੇ ਤੇ ਇੱਕ ਖੱਬੇ ਪਾਸੇ। ਕਹਿੰਦਾ ਬੀਬੀ ਤੈਨੂੰ ਪਤਾ ਨਹੀਂ ਤੂੰ ਮੰਗਦੀ ਕੀ ਪਈ ਹੈ। ਮੇਰੇ ਸੱਜੇ ਪਾਸੇ ਹਮੇਸ਼ਾ ਦੀ ਜ਼ਿੰਦਗੀ ਹੈ ਤੇ ਖੱਬੇ ਪਾਸੇ ਹਮੇਸ਼ਾ ਦੀ ਮੌਤ ਹੈ। 10-1 ਵਜੇ ਤੇ ਬਿਠਾ ਲਈਏ। ਸੋ ਮੰਗਣ ਵੇਲੇ ਧਿਆਨ ਵੀ ਹੋਣਾ ਚਾਹੀਦਾ ਕਿ ਅਸੀਂ ਮੰਗਣ ਕੀ ਲੱਗੇ ਆ। ਉਹਨੇ ਕਹਿੰਦਾ ਇਹ ਮੇਰਾ ਇਹ ਰਾਜ ਨਹੀਂ। ਗੁਥਲੀ ਲੈ ਕੇ ਉਹ ਜਿਹੜਾ ਚੱਲਦਾ ਪਿਆ ਸੀ ਨਾ, ਜਿਹਨੇ ਬਾਅਦ 30 ਦੇ ਵਿੱਚ ਵੇਚਿਆ, ਉਹ ਸੋਚਦਾ ਸੀ ਮੈਂ ਖਜ਼ਾਨਾ ਮੰਤਰੀ ਬਣਨਾ। ਕੀ ਕਹਿੰਦਾ ਅੰਗਰੇਜ਼ੀ ਵਿੱਚ? ਫਾਈਨਾਂਸ ਮਿਨਿਸਟਰ ਜੀ। ਜਿਹੜਾ ਯਹੂਦਾ ਇਸਕਰਿਓਤੀ ਦਾ ਖਾਬ ਕੀ ਸੀਗਾ? ਇਹਨੇ ਰਾਜਾ ਬਣਨਾ ਤੇ ਮੈਂ ਕੀ ਬਣਨਾ? ਮੈਂ ਫਾਈਨਾਂਸ ਮੰਤਰੀ ਬਣਨਾ। ਤੇ ਪਤਰਸ ਹੋਣੀ ਫਟਾਫਟ ਮੰਤਰਾਲੇ ਵੰਡਣ ਲੱਗ ਪਏ। ਉਹ ਵੀ ਸੋਚਣ ਲੱਗ ਪਏ ਸਾਡੇ ਵਿੱਚੋਂ ਵੱਡਾ ਫਿਰ ਕੌਣ ਹੋਊਗਾ, ਯਾਨੀ ਕਿ ਲੋਕਲ ਬੋਡੀ ਮੰਤਰੀ ਹੁੰਦਾ ਫਿਰ। ਹਾਂਜੀ, ਸਾਡੇ ਵਿੱਚੋਂ ਵੱਡਾ ਕੌਣ ਹੋਊਗਾ? ਤੇ ਦੂਜੇ ਪਾਸੇ ਜਾਈਏ ਤਾਂ ਹੋਮ ਮਿਨਿਸਟਰ ਹੁੰਦਾ ਤੇ ਜਾਂ ਫਿਰ ਫਾਈਨਾਂਸ ਮਿਨਿਸਟਰ ਹੁੰਦਾ। ਹਾਂਜੀ, ਉਹ ਫੈਸਲੇ ਲੈਣ ਲੱਗ ਪਏ। ਉਹਨਾਂ ਨੂੰ ਕੀ ਲੱਗਦਾ ਭਲਾ ਉਸ ਸਮੇਂ ਦੇ ਉੱਤੇ ਇਹਨੇ ਹੁਣੇ ਹੀ ਰਾਜ ਬਹਾਲ ਕਰ ਦੇਣਾ ਹੈ, ਪਰ ਉਹ ਨਹੀਂ ਸੀ ਜਾਣਦੇ ਇਹ ਉਸ ਰਾਜ ਦੀ ਤਿਆਰੀ ਦਾ ਕੰਮ ਹੋ ਰਿਹਾ ਹੈ। ਹਾਲੇਲੂਇਆ। ਅਜੇ ਉਸ ਰਾਜ ਦੇ ਆਉਣ ਦੇ ਵਿੱਚ ਬੜਾ ਸਮੇਂ ਆ। ਸੋ ਹਮੇਸ਼ਾ ਦੇ ਰਾਜ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ? 1000 ਸਾਲ ਇਸ ਧਰਤੀ ਦੇ ਉੱਤੇ ਅਸੀਂ ਰਾਜ ਕਰਨਾ ਆ। ਮੋਦੀ ਸਾਹਿਬ ਨੇ ਤਾਂ ਪਾਰਲੀਮੈਂਟ ਬਣਾ ਲਈ ਆਪਣੇ ਰਾਜ ਕਰਨ ਦੇ ਲਈ। ਉਹ ਹੁਣ ਪਤਾ ਨਹੀਂ 50 ਸਾਲ ਕਰਦੇ ਕਿ 100 ਸਾਲ ਕਰਦੇ ਆ, ਲੇਕਿਨ ਇਹ ਜਿਹੜੀ ਪਾਰਲੀਮੈਂਟ ਬਣਨੀ ਇਹ ਭਲਾ ਕਿੰਨੇ ਸਾਲ ਦੇ ਲਈ? ਇਹ ਭਲਾ ਜ਼ਮੀਨ ਅਸਮਾਨ ਟਲ ਜਾਣਗੇ ਪਰ ਵਚਨ ਦੀ ਇੱਕ ਬਿੰਦੀ ਵੀ ਟਲੇਗੀ ਨਹੀਂ, ਉਹ ਸਾਹਮਣੇ ਹੀ। ਹਾਲੇਲੂਇਆ। ਉਹਨਾਂ ਨੂੰ ਲੱਗਦਾ ਇਨਸਾਨੀ ਹੋਣ ਦੇ ਨਾਤੇ ਅਸੀਂ ਕੰਟਰੋਲ ਕਰ ਲਿਆ ਤੇ ਹੁਣ ਕਾਫੀ ਲੰਬਾ ਸਮਾਂ ਰਾਜ ਕਰ ਜਾਵਾਂਗੇ, ਔਰ ਦਿਸਦਾ ਵੀ ਆ ਵੀ ਰਾਜ ਕਰ ਜਾਣਗੇ, ਇਹਦੇ 'ਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ। ਲੇਕਿਨ ਵਚਨ ਦੇ ਵਿੱਚ ਸਾਨੂੰ ਐਸੇ ਵੇਰਵੇ ਵੀ ਮਿਲਦੇ ਆ। ਪਰਮੇਸ਼ਵਰ ਨੇ ਜਦੋਂ ਨਿਆਂ ਕੀਤਾ ਤੇ ਉਹਨੇ ਘਰ ਦੇ ਵਿੱਚੋਂ ਵੈਰੀ ਖੜੇ ਕਰ ਦਿੱਤੇ। ਕਿੱਥੋਂ ਭਲਾ? ਜਿਹਨੂੰ ਕੋਈ ਬਾਹਰਲਾ ਨਾ ਮਾਰ ਸਕੇ ਫਿਰ ਉਹਨੂੰ ਕੀ ਕਰਦੇ ਆ? ਘਰ ਕਾ ਬੇਦੀ ਲੰਕਾ ਡਾਏ। ਰਾਵਣ ਨੂੰ ਕਿਸੇ ਪੁੱਛਿਆ, ਕਹਿੰਦੇ ਤੂੰ ਤੇ ਰਾਮਚੰਦਰ ਨਾਲ ਬੜਾ ਤਕੜਾ ਸੀਗਾ ਤੇ ਤੂੰ ਯੁੱਧ ਹਾਰ ਕੱਲ ਹੀ ਗਿਆ। ਕਹਿੰਦਾ ਬਸ ਇੱਕੋ ਹੀ ਗੱਲ ਸੀਗੀ, ਉਹਦੇ ਭਰਾ ਉਹਦੇ ਨਾਲ ਸੀ ਤੇ ਮੇਰਾ ਭਰਾ ਮੇਰੇ ਖਿਲਾਫ। ਇਸ ਕਰਕੇ ਇਸ ਧਰਤੀ ਉੱਤੇ ਰਹਿੰਦਿਆਂ ਹੋਇਆਂ ਕੁਰਸੀ ਦੀ ਤਮੰਨਾ ਤੇ ਉਹਦੀ ਹਵਸ ਪਾਪ ਦੇ ਕਾਰਨ ਹਰੇਕ ਮਨੁੱਖ ਦੇ ਅੰਦਰ ਆ। ਕਦੋਂ ਕਿਹਦੇ ਮਨ 'ਚ ਕਿਸ ਕਿਸਮ ਦਾ ਪਾਪ ਆ ਜਾਵੇ ਕੋਈ ਜਾਣਦਾ। ਜਿਹਨੂੰ ਕੋਈ ਨਹੀਂ ਮਾਰ ਸਕਦਾ ਉਹਦੇ ਫਿਰ ਆਪਣੇ ਹੀ ਉਹਨੂੰ ਮਾਰ ਜਾਂਦੇ। ਇਸ ਕਰਕੇ ਲਿਖਿਆ ਵਚਨ ਵਿੱਚ, ਐ ਮਨੁੱਖ ਤੂੰ ਕਿਸੇ ਤਰ੍ਹਾਂ ਦਾ ਕੋਈ ਘਮੰਡ ਨਾ ਕਰੀ, ਤੈਨੂੰ ਪਤਾ ਨਹੀਂ ਲੱਗਣਾ ਤੂੰ ਸੁੱਤਾ ਹੋਣਾ ਤੇ ਤੇਰਾ ਰਾਜ ਤੇ ਤੋਂ
ਤੇਰੀ ਅੱਖ ਖੁੱਲਣੀ ਤੈਨੂੰ ਪਤਾ ਲੱਗਣਾ ਤੇਰੀ ਗੱਦੀ ਤੇ ਕੋਈ ਹੋਰ ਬਿਠਾ। ਤੁਸੀਂ ਦੇਖਦੇ ਪਾਕਿਸਤਾਨ 'ਚ ਇੱਦਾਂ ਹੀ ਹੁੰਦਾ। ਉਹ ਰਾਤ ਨੂੰ ਵਿਚਾਰਾ ਸੁੱਤਾ ਇਮਰਾਨ ਖਾਨ, ਸਵੇਰੇ ਪਤਾ ਲੱਗਾ ਕੰਮ ਹੋ ਗਿਆ। ਨਵਾਜ਼ ਸ਼ਰੀਫ ਦਾ ਵੀ ਇੱਦਾਂ ਹੀ ਆ। ਬੇਨਜ਼ੀਰ ਵਿਚਾਰੀ ਉੱਥੋਂ ਆਈ ਇਲੈਕਸ਼ਨ ਲੜਨ ਲਈ, ਉਹਨੇ ਉੱਥੇ ਹੀ ਕਹਿੰਦੇ ਜਾ ਵੀ ਬੀਬੀ ਤੈਨੂੰ ਚੰਗੀ ਭਲੀ ਬੇਟੀ ਦੇ ਉੱਤੇ, ਇੱਥੇ ਕੀ ਲੈਣਾ ਹੈ, ਤੈਨੂੰ ਪਤਾ ਨਹੀਂ ਕੰਟਰੀ ਕਿਹਨਾਂ ਦੀ ਹੈ। ਸੋ ਇਸ ਦਾ ਪਤਾ ਕੋਈ ਨਹੀਂ। ਪਰ ਜਿਸ ਰਾਜ ਦੀ ਅਸੀਂ ਗੱਲ ਕਰਦੇ ਹਾਂ, ਉਹ ਰਾਜ ਦਾ ਲਿਖ ਕੇ ਦਿੱਤਾ, ਉਹ ਲਿਖ ਕੇ ਵੀ ਕਹਿੰਦੇ ਦਿੱਤਾ ਆ, ਜਿਹੜਾ ਕਹਿ ਕੇ ਕਦੇ ਮੁੱਕਰਦਾ, ਜਿਹੜਾ ਕਹਿ ਕੇ ਕਦੇ ਮੁੱਕਰਦਾ ਨਹੀਂ। ਇਹ ਰਾਜ ਦਾ ਵਾਅਦਾ ਤੇ ਉਹਨੇ ਕੀਤਾ ਆ। ਸੋ ਇਸ ਕਰਕੇ ਇਹੋ ਜਿਹੀਆਂ ਗੱਲਾਂ ਜਦੋਂ ਕੋਈ ਮਨੁੱਖਾਂ ਦੇ ਨਾਲ ਅਸੀਂ ਗੱਲ ਕਰਦੇ ਤੇ ਉਹਨਾਂ ਨੂੰ ਕੀ ਸਮਝਾਉਣ ਦੀ ਜ਼ਰੂਰਤ ਹੈ? ਭਲਾ ਇਹਨਾਂ ਗੱਲਾਂ ਨੂੰ ਸਮਝਾਉਣ ਦੀ ਜ਼ਰੂਰਤ ਹੁੰਦੀ, ਭਾਈ ਜੀ ਤੁਹਾਡੇ ਰਾਜ ਦੇ ਵਿੱਚ ਤੇ ਸਾਡੇ ਰਾਜ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਸਾਡਾ ਰਾਜ ਧਰਮ ਤੇ ਨਿਆਂ ਦਾ ਰਾਜ ਹੋਣਾ ਹੈ। ਕਾਹਦਾ ਭਲਾ? ਧਰਮ ਤੇ ਰਾਜ, ਨਿਆਂ ਦਾ ਰਾਜ ਹੋਣਾ। ਉਹਦੇ ਵਿੱਚ ਕੋਈ ਐਸੀ ਨਾ ਤੇ ਸਿਫਾਰਿਸ਼ ਚੱਲਣੀ ਹੈ, ਤੇ ਉਹਦੇ ਵਿੱਚ ਨਾ ਕੋਈ ਐਸੀ ਰਿਸ਼ਵਤ ਚੱਲਣੀ ਆ ਜਿਹਦੇ ਨਾਲ ਕੋਈ ਵੀ ਦੁਸ਼ਟ ਬਚ ਪਾਵੇ। ਤੇ ਉੱਥੇ ਜਦੋਂ ਉਹ ਰਾਜ ਹੋਣਾ ਆ, ਉਦੋਂ ਮੀਡੀਆ ਖਰੀਦੀ ਨਹੀਂ ਜਾਣੀ, ਉਦੋਂ ਮੀਡੀਆ ਦਾ ਵੀ ਕੋਈ ਰੋਲ ਹੋਣਾ ਨਹੀਂ ਹੈ। ਕਿਉਂਕਿ ਨਿਆਂ ਕਰਨ ਵਾਲਾ ਖੁਦ ਇਸ ਜ਼ਮੀਨ ਦੇ ਉੱਤੇ ਤਖਤ ਲਾ ਕੇ ਬੈਠਾ ਹੋਣਾ। ਹਾਲੇਲੂਇਆ। ਜਿਹਦੇ ਸਾਹਮਣੇ ਨਾ ਕੋਈ ਝੂਠ ਬੋਲ ਸਕਦਾ ਤੇ ਨਾ ਕਿਸੇ ਦਾ ਝੂਠ ਚੱਲ ਹੀ ਸਕਦਾ। ਹਾਲੇਲੂਇਆ। ਤੇ ਫਿਰ ਰਾਜੇ ਕਿੱਦਾਂ ਬਣਾਂਗੇ? ਰਾਜਿਆਂ ਦਾ ਰਾਜਾ ਇਸਰਾਇਲ ਦੀ ਪਾਰਲੀਮੈਂਟ ਦੇ ਵਿੱਚ ਬੈਠਾ। ਹਾਲੇਲੂਇਆ। ਇਸਰਾਇਲ ਦੇ ਵਿੱਚ, ਦੁਨੀਆ ਦੀ ਪਾਰਲੀਮੈਂਟ ਦੇ ਵਿੱਚ ਬੈਠਾ। ਤੇ ਅਸੀਂ ਫਿਰ ਕਿੱਥੇ ਹੋਣਾ ਭਲਾ ਰਾਜੇ? ਬੋਲੋ ਸਾਰੇ ਨੇ। ਹਾਂਜੀ ਬੋਲੋ ਜੀ। ਹਾਂਜੀ, ਆ ਬਾਈਡਨ ਸਾਹਿਬ ਸਾਡੇ ਇੱਦਾਂ ਸਾਹਮਣੇ ਬੈਠੇ ਨੇ ਪੈਰਾਂ ਦੇ ਵਿੱਚ। ਇਹਨੇ ਨਾ ਮੈਂ ਤਾਂ 4 ਸਾਲ ਦਾ ਰਾਜ ਪਾ ਕੇ ਬੜਾ ਉੱਭਰਦਾ ਫਿਰਦਾ ਸੀ। ਹਾਂਜੀ, ਤੇ ਇਹ ਰਾਜ ਫਿਰ ਇਹ ਜਿਹੜਾ ਸਾਨੂੰ ਮਿਲਣਾ, ਇਹਨੂੰ ਕੋਈ ਹਿਲਾ ਵੀ ਸਕਦਾ? ਇਹ ਉਸ ਚਟਾਨ ਦੇ ਉੱਤੇ ਬਣਨਾ ਆ ਜਿਹਦਾ ਲਿਖਿਆ ਵੀ ਉਹ ਆਪ ਹੀ ਆ। ਕੀ ਆ ਭਲਾ? ਉਹ ਚਟਾਨ ਉਹ ਆਪ ਹੀ। ਕਹਿੰਦਾ ਮੂਰਖ ਨੇ ਘਰ ਬਣਾਇਆ ਰੇਤ ਦੇ ਉੱਤੇ, ਤੇ ਸਮਝਦਾਰ ਨੇ ਕਿੱਥੇ ਬਣਾਇਆ? ਚਟਾਨ ਦੇ ਉੱਤੇ। ਬੜੀਆਂ ਹਨੇਰੀਆਂ ਤੂਫਾਨ ਆਏ, ਬੜੇ ਧੱਕੇ ਵਜੇ, ਪਰ ਉਹਨੂੰ ਕੋਈ ਗਿਰਾ ਸਕਿਆ? ਗਿਰਾ ਨਹੀਂ ਸਕਿਆ। ਸੋ ਉਸ ਰਾਜ ਦੇ ਵਿਖੇ ਅਸੀਂ ਸਿੱਖ ਰਹੇ ਹਾਂ। ਇਹ ਆਪਾਂ ਕੀ ਸਮਝਦੇ ਇਹ ਇਦਾਂ ਹੀ ਮਿਲ ਜਾਣਾ? ਹਾਂਜੀ, ਇਹ ਇਦਾਂ ਮਿਲਣ ਵਾਲਾ? ਇਹ ਆ ਗੱਪਾਂ ਛੱਪਾਂ ਜਿਹੀਆਂ ਮਾਰ ਕੇ ਮਿਲਣ ਵਾਲਾ? ਇਹ ਤੇ ਜਿਵੇਂ ਉਹ ਨਮੂਨਾ ਦੇ ਕੇ ਗਿਆ, ਤੇ ਕੀ ਲਿਖਿਆ ਭਲਾ? ਪਿਤਾ ਨੇ ਸਭ ਕੁਝ ਮੇਰੇ ਇਖਤਿਆਰ ਦੇ ਵਿੱਚ ਕਦੋਂ ਕੀਤਾ? ਜਦੋਂ ਉਹਨੇ ਪਿਤਾ ਦੀ ਸਾਰੀ ਇੱਛਾ ਨੂੰ ਪੂਰਾ ਕੀਤਾ। ਤੇ ਹੁਣ ਜੇ ਉਹਦੇ ਨਾਲ ਬੈਠ ਕੇ ਰਾਜ ਕਰਨਾ ਆ, ਤੇ ਫਿਰ ਕੀ ਜ਼ਰੂਰੀ? ਜਿਵੇਂ ਉਹਨੇ ਪਿਤਾ ਦੀ ਸਾਰੀ ਇੱਛਾ ਨੂੰ ਪੂਰਾ ਕੀਤਾ, ਤਿਵੇਂ ਅਸੀਂ ਇੱਕ ਨੇ ਉਹਦੀ ਇੱਛਾ ਨੂੰ ਪੂਰਾ ਕਰਨਾ ਹੈ। ਫਿਰ ਤੁਸੀਂ ਕਹਿ ਸਕਦੇ ਮੈਨੂੰ ਨਿਊਯਾਰਕ ਦਾ ਰਾਜ ਚਾਹੀਦਾ ਜੀ। ਹਾਂਜੀ, ਮੈਨੂੰ ਵਾਸ਼ਿੰਗਟਨ ਦਾ ਚਾਹੀਦਾ ਜੀ। ਹਾਂਜੀ, ਯਸੂ ਨੇ ਤੁਹਾਨੂੰ ਰਾਜ ਵੰਡਣਾ ਨਾ, ਉਦੋਂ ਤਾਂ ਆਪ ਵੰਡਦੇ ਸੀ ਨਾ, ਫਿਰ ਉਹਨੇ ਵੰਡਣਾ। ਤੇ ਕੀ ਲਿਖਿਆ ਭਲਾ? ਲੋਹੇ ਦੇ ਡੰਡੇ ਦੇ ਨਾਲ ਰਾਜ ਕੀਤਾ ਜਾਓ। ਕਾਹਦੇ ਨਾਲ? ਲੋਹੇ ਦੇ ਡੰਡੇ ਦੇ ਨਾਲ। ਉਹ ਡੰਡਾ ਕਿਹਦੇ ਹੱਥ 'ਚ ਹੋਣਾ? ਕਲੀਸਿਆ ਦੇ ਹੱਥ ਦੇ ਵਿੱਚ। ਡੰਡਾ ਕਿਹੜੇ ਹੱਥ 'ਚ ਹੋਣਾ ਵਾ ਭਲਾ? ਉਹ ਹੱਥ ਕਲੀਸਿਆ ਦੇ ਵਿੱਚ ਹੋਣਾ ਡੰਡਾ। ਕਿਉਂਕਿ ਅਸੀਂ ਮਸੀਹ ਦੇ ਕੀ ਆ? ਹੱਥ ਆ। ਅਸੀਂ ਉਹਦਾ ਕੀ ਆ? ਬਦਨ ਆ। ਸੋ ਏਡੀ ਵੱਡੀ ਇੱਕ ਆਸ, ਤੇ ਏਡੀ ਵੱਡੀ ਇੱਕ ਸਾਡੇ ਸਾਹਮਣੇ ਮਤਲਬ ਸਾਫ ਸੁਥਰੀ ਇੱਕ ਪਈ ਆ ਇੱਕ ਚੀਜ਼, ਤੇ ਅਸੀਂ ਕਿੱਥੇ ਘੁੰਮੇ ਫਿਰਦੇ ਭਲਾ? ਹਾਂਜੀ, ਇੱਕ ਏਡੀ ਜ਼ਬਰਦਸਤ ਮੰਜ਼ਿਲ ਹੋਵੇ, ਤੇ ਫਿਰ ਅਸੀਂ ਕੋਈ ਮੂਰਖ ਥੋੜ੍ਹੇ ਆ ਜਿਹੜੇ ਇੱਥੇ ਦੇ ਰਾਜਾਂ ਦੇ ਵਾਸਤੇ ਅਸੀਂ ਇਹ ਮਿਹਨਤ ਕਰਦੇ ਪਏ ਆ। ਇਸ ਲਈ ਉਹਨੂੰ ਜੇ ਇਹ ਦੱਸਣ ਦੀ ਜ਼ਰੂਰਤ ਆ, ਭਾਈ ਜੀ ਜੇ ਕੋਈ ਸਾਡਾ ਕੋਈ ਰਾਜਾ ਕਰਦਾ ਵੀ ਤੈਨੂੰ ਉਹ ਵੀ ਦੇਣ ਦੇ ਲਈ ਤਿਆਰ ਆ। ਸਾਡਾ ਰਾਜ ਇੱਥੇ ਦਾ ਰਾਜ ਨਹੀਂ ਆ, ਤੇ ਨਾ ਸਾਨੂੰ ਇੱਥੇ ਦੇ ਰਾਜ ਦੀ ਜ਼ਰੂਰਤ ਆ। ਜੇ ਇੱਥੇ ਦੇ ਰਾਜਾਂ ਦੀ ਜ਼ਰੂਰਤ ਹੁੰਦੀ ਤਾਂ ਇਕਬਾਲ ਗਿੱਲ MLA ਬਣਨ ਵਾਲਾ ਸੀ ਜਦੋਂ ਇੰਡੀਆ ਛੱਡ ਗਿਆ। ਅਸੀਂ ਇਸ ਰਾਜ ਨੂੰ ਭਾਲਦੇ। ਇੱਥੇ ਦੇ ਕਿੰਨੇ ਰਾਸ਼ਟਰਪਤੀ ਆਏ ਤੇ ਕਿੰਨੇ ਗਏ, ਕਿੰਨੇ ਇੱਥੇ ਦੇ ਸੇਵਕਾਂ ਨੇ ਸੇਵਾ ਕੀਤੀ, ਔਰ ਇਹਨੂੰ ਬਿਲੀ ਗ੍ਰਾਮ ਨੂੰ ਕਿੰਨੀ ਵਾਰੀ ਆਫਰ ਹੋਈ। ਸਾਡੇ ਤੋਂ ਉੱਥੇ ਕਤਲ ਤੱਕ ਕਰ ਦਿੱਤੇ ਜਾਂਦੇ ਆ, ਮਤਲਬ ਅੱਗੇ ਆਉਣ ਦੇ ਲਈ। ਬਿਲੀ ਗ੍ਰਾਮ ਨੂੰ ਕਿੰਨੀ ਵਾਰੀ ਕਿਹਾ ਗਿਆ
ਬਿਨਾਂ ਸ਼ਰਤ ਤੋਂ, ਬਿਨਾਂ ਵੋਟਿੰਗ ਤੋਂ ਤੈਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾ ਦਿੰਦੇ ਆ। ਉਹ ਕਹਿੰਦਾ ਮੇਰਾ ਰਾਜ ਇਸ ਧਰਤੀ ਦਾ ਰਾਜ ਨਹੀਂ, ਮੈਂ ਤੇ ਆਪਣੇ ਪ੍ਰਭੂ ਦੇ ਨਾਲ ਹਮੇਸ਼ਾ ਦੀ ਜ਼ਿੰਦਗੀ ਦਾ ਰਾਜ ਕਰਨਾ। ਹਾਲੇਲੂਇਆ। ਇੱਥੇ ਤੇ ਅਗਲਿਆਂ ਨੇ ਉਹਦੇ ਰਾਜ ਦੇ ਲਈ, ਉਸ ਅਨੰਤ ਜੀਵਨ ਦੇ ਰਾਜ ਦੇ ਲਈ, ਉਸ ਨਿਆਈ ਤੇ ਧਰਮੀ ਦੇ ਰਾਜ ਦੇ ਲਈ ਇੱਥੇ ਦੇ ਰਾਜਾਂ ਨੂੰ ਕੀ ਕੀਤਾ ਭਲਾ? ਠੋਕਰਾਂ ਮਾਰ ਦਿੱਤੀਆਂ। ਕਾਹਦੇ ਲਈ? ਅਸੀਂ ਕੀ ਸਿੱਖ ਰਹੇ? ਕੁਰਬਾਨੀ। ਇਹ ਤੇ ਕੁਰਬਾਨੀਆਂ ਜਿਹੜੇ ਦੇਣਗੇ ਉਹੀ ਉਹਦੇ ਨਾਲ ਤਖਤ ਨਸ਼ੀਂ ਹੋਣਗੇ, ਉਹੀ ਉਹਦੇ ਨਾਲ ਤਖਤ ਦੇ ਉੱਤੇ ਬੈਠ ਸਕਦੇ ਆ। ਜਿਹੜੇ ਚਾਹੁੰਦੇ ਵੀ ਸਭ ਕੁਝ ਪ੍ਰਾਪਤੀਆਂ ਹੋਣ, ਇੱਥੇ ਮਿਲ ਜਾਣਾ ਸਾਰਾ ਕੁਝ ਉਹਨਾਂ ਨੂੰ। ਇੱਥੇ ਫਿਰ ਇੱਦਾਂ ਦੇ ਰਾਜ ਮਿਲਣਗੇ ਜਿੱਦਾਂ ਦੇ ਵਿਚਾਰੇ ਕਰਨ ਡਏ ਆ, ਜਿਹੜਾ ਪਤਾ ਕੋਈ ਨਹੀਂ ਕਦੋਂ ਕਿਹਦੀ ਉਹਨਾਂ ਨੇ ਲੱਤ ਹਿਲਾ ਦੇਣੀ ਤੇ ਕੁਰਸੀ ਡਿੱਗ ਪੈਣੀ ਹੈ। ਸੋ ਆਓ ਅਸੀਂ ਦੇਖਦੇ ਹਾਂ ਸੰਸਾਰਿਕ ਸੁੱਖਾਂ ਦਾ ਤਿਆਗ ਤੇ ਪਲੱਸ ਉਹਦੇ ਨਾਲ ਕੀ ਸਹਿਣਾ ਭਲਾ? ਸਤਾਓ ਸਹਿਣਾ ਹੈ। ਦੁੱਖ ਜਿਹੜਾ ਸਵੇਗਾ, ਸੰਸਾਰਿਕ ਸੁੱਖਾਂ ਦਾ ਜਿਹੜਾ ਤਿਆਗ ਕਰੇਗਾ, ਉਹ ਆ ਜਿਹੜਾ ਉਸ ਅਨੰਤ ਜੀਵਨ ਦਾ ਅਧਿਕਾਰੀ ਹੋਵੇਗਾ। ਪੜਾਂਗੇ ਮੱਤੀ ਦੀ ਅੰਜੀਲ 5 ਅਧਿਆਇ ਉਹਦੀ 10 ਆਇਤ। ਧन्य है वह जो धर्म के कारण सताए जाते। कादे कारण भला? कादे कारण? ਇਹ ਧਰਮ ਉਹ ਨਹੀਂ ਹਿੰਦੂ ਮੁਸਲਿਮ ਸਿੱਖ ਈਸਾਈ, ਇਹ ਰਾਸਤਬਾਜੀ ਦੀ ਗੱਲ ਕੀਤੀ ਜਾਏ। ਕਾਦੇ ਲਈ ਭਲਾ? ਬੋਲੋ ਸਾਰੇ ਉਰਦੂ ਹੀ ਪੜੋ ਜੇ ਤੁਹਾਡੇ ਖਾਗਾ ਤੇ। ਹਾਂਜੀ। मुबारक है वो जो रास्तबाजी के सबब से। हाँ जी, किसी को अंग्रेजी ਦੀ ਕੀ ਲਿਖਿਆ ਜੀ ਉਹਦੇ ਚ? ਰਾਈਚਸਨੈਸ। ਹਾਂਜੀ, ਇਹਦਾ ਮਤਲਬ ਆ ਵੀ ਗੱਲ ਧਰਮ ਦੀ ਨਹੀਂ ਹੋ ਰਹੀ, ਗੱਲ ਧਾਰਮਿਕਤਾ ਦੀ ਹੋ ਰਹੀ ਹੈ। ਹਾਲੇਲੂਇਆ। ਸੋ ਕੀ ਲਿਖਿਆ ਵਚਨ ਦੇ ਵਿੱਚ? ਧन्य है वह जो धार्मिकता के कारण, धार्मिक जीवन होने के कारण सताए जाएंगे, क्योंकि स्वर्ग का राज्य। हालेलुया। कहना था भला ਜਿਹੜੇ ਆਪਣੇ ਧਾਰਮਿਕ ਜੀਵਨ ਦਾ ਕਰਕੇ, ਰਾਸਬਾਜੀ ਦਾ ਕਰਕੇ ਸਤਾਏ ਜਾਣਗੇ। ਹੁਣ ਇੱਥੇ ਵੀ ਅਸੀਂ ਇੱਕ ਚੀਜ਼ ਧਿਆਨ ਰੱਖਣੀ ਆ, ਸਾਡੇ ਬੜੇ ਸਾਰੇ ਜਿਹੜੇ ਈਸਾਈ ਆ ਨਾ, ਇਹ ਉਦਾਂ ਵੀ ਸਤਾਏ ਜਾਂਦੇ ਆ। ਤੇ ਇਸ ਤੋਂ ਪਹਿਲਾਂ ਦੂਜਿਆਂ ਕੋਲ ਜੁੱਤੀਆਂ ਪਹਿਣਾ ਆਪ ਹੀ ਮਾਰ ਲਿਆ ਕਰੋ, ਥੋੜੀ ਪ੍ਰਭੂ ਕੋਲ ਇਜਾਜ਼ਤ ਲੈ ਲਿਆ ਕਰੋ। ਵਚਨ ਦੀ ਜੁੱਤੀ ਤੇ ਮਾਰ ਸਕਦੇ ਨਾ। ਹਾਂਜੀ, ਕੀ ਲਿਖਿਆ ਭਲਾ ਇੱਥੇ? ਰਾਸਬਾਜੀ ਦੇ ਕਾਰਨ ਜਿਹੜੇ ਸਤਾਏ ਜਾਣਗੇ। ਯਾਨੀ ਕਿ ਅਸੀਂ ਧਾਰਮਿਕ ਜੀਵਨ ਜੀ ਰਹੇ ਹਾਂ, ਅਸੀਂ ਰਾਸਬਾਜੀ ਦਾ ਜ਼ਿੰਦਗੀ ਜੀ ਰਹੇ ਹਾਂ, ਇਸ ਕਰਕੇ ਸਤਾਏ ਜਾਈਏ, ਉਹ ਸਾਡੇ ਲਈ ਮੁਬਾਰਕ ਆ। ਤੇ ਜੇ ਅਸੀਂ ਰਾਸਬਾਜੀ ਜੀਵਨ ਤੋਂ ਬਿਨਾਂ ਸਤਾਏ ਜਾਂਦੇ ਹਾਂ, ਫਿਰ ਅਸੀਂ ਬੇਵਕੂਫ ਹਾਂ। ਕੀ ਹੈ ਭਲਾ? ਹੁਣ ਤੁਸੀਂ ਮੈਨੂੰ ਦੱਸੋ, ਇੱਕ ਪਾਸੇ ਤੁਹਾਨੂੰ ਪਤਾ ਵੀ ਪੰਜਾਬ ਦੇ ਉੱਤੇ ਇਸ ਟਾਈਮ ਸਾਰਿਆਂ ਦੀ ਨਜ਼ਰ ਆ ਕਿ ਉੱਥੇ ਕ੍ਰਿਸਚੈਨਿਟੀ ਬੜੇ ਜ਼ੋਰਾਂ ਦੇ ਉੱਤੇ ਵੱਧ ਰਹੀ ਹੈ। ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਤੁਸੀਂ ਏਡੇ ਵੱਡੇ ਕਰੂਸੇਡ ਕਰਨ ਲਈ ਜਾਓਗੇ ਤੇ ਤੁਸੀਂ ਲੋਕਾਂ ਨੂੰ ਆਪ ਨਿਮੰਤਰਣ ਦੇ ਰਹੇ ਹੋ, ਆ ਬੈਲ ਮੁਝੇ ਮਾਰ। ਕੀ ਕਰ ਰਹੇ ਭਲਾ? ਆ ਬੈਲ ਮੁਝੇ ਮਾਰ। ਤੁਹਾਨੂੰ ਕਿਹਾ ਕਿੰਨੇ ਕਰੂਸੇਡ ਕਰਨ ਲਈ? ਪਹਿਲਾਂ ਵਚਨ ਚ ਦੱਸੋ। ਤੁਹਾਨੂੰ ਕਿਹਾ ਕਹਿੰਦੇ ਆ ਵਚਨ ਚ ਦੱਸੋ ਚੰਗਿਆਈ ਸਭਾ ਚਲਾਉਣ ਦੇ ਲਈ। ਸੋ ਇਹੋ ਜਿਹੇ ਲੋਕ ਜਦੋਂ ਇਦਾਂ ਦੀਆਂ ਹਰਕਤਾਂ ਕਰਕੇ ਜੁੱਤੀਆਂ ਖਾਣਗੇ ਨਾ, ਉਹਦਾ ਸਵਰਗ ਦੇ ਰਾਜ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸੰਤ ਪਲੂਸ ਹੋਣਾ ਨੇ ਕਿੱਡੇ ਕੁ ਕਰੂਸੇਡ ਕੀਤੇ ਸੀ, ਪਤਰਸ ਹੋਣਾ ਨੇ ਕਿੱਡੇ ਕੁ ਕਰੂਸੇਡ ਕੀਤੇ ਸੀ। ਜੇ ਇਹਨੂੰ ਪੈਂਤੇਕੋਸ ਦੇ ਦੇਣ ਵਾਲੇ ਦੀ ਗੱਲ ਕरें, ਕਰੂਸੇਡ, ਉਹ ਕਰੂਸੇਡ ਨਹੀਂ ਸੀ, ਉਹ ਤੇ ਅਚਾਨਕ ਲੋਕ ਉੱਥੇ ਇਕੱਠੇ ਸੀਗੇ ਕਿਉਂਕਿ ਉਹਨਾਂ ਦਾ ਤਿਉਹਾਰ ਦਾ ਦਿਨ ਸੀ ਯਹੂਦੀਆਂ ਦਾ। ਇਸ ਲਈ ਪਤਰਸ ਨੂੰ ਉੱਥੇ ਬੋਲਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਕਿਹੜਾ ਉਹਨਾਂ ਨੇ ਐਡਵਰਟਾਈਜ਼ਮੈਂਟ ਕਰਕੇ ਕਰੂਸੇਡ ਕੀਤਾ ਜੀ। ਔਰ ਜਿੰਨੇ ਲੋਕ ਮਸੀਹ ਦੇ ਵਿੱਚ ਉਸ ਸਦੀ ਦੇ ਵਿੱਚ ਆਏ, ਅੱਜ ਤੱਕ ਜਿੱਡੇ ਮਰਜ਼ੀ ਕਰੂਸੇਡ ਹੋਏ ਹੋਣ, ਉਹਨਾਂ ਤੌਬਾ ਕਰਕੇ ਲੋਕਾਂ ਨੇ ਰਾਸਬਾਈ ਦਾ ਜੀਵਨ ਜੀਣ ਦੇ ਲਈ, ਪਰ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਅੱਜ ਤੇ ਤੁਹਾਨੂੰ ਦੱਸਿਆ, ਕਈ ਵਾਰੀ ਦੱਸਦੇ ਅੱਜ ਕੱਲ੍ਹ ਤੋਂ ਕਿਸੇ ਦੀ ਹੱਡੀ ਹੁੱਡੀ ਠੀਕ ਹੋ ਗਈ, ਕਿਸੇ ਦੀ ਕੋਈ ਬਿਮਾਰੀ ਬੂਰੀ ਠੀਕ ਹੋਈ, ਉਹ ਆਉਂਦਾ ਆ, ਉਹਦਾ ਪ੍ਰਭੂ ਨਾਲ ਥੋੜ੍ਹੀ ਕੋਈ ਲੈਣਾ ਦੇਣਾ। ਇੱਕ ਗੱਲ ਚੇਤੇ ਰੱਖੋ, ਜਿਹੜਾ ਬਿਮਾਰੀ ਬੂਰੀ ਤੋਂ ਚੰਗਾ ਹੋ ਗਿਆ ਨਾ, ਉਹਨੂੰ ਪ੍ਰਭੂ ਨਾਲ ਕੋਈ ਲੈਣਾ ਦੇਣਾ। ਉਹ ਤੇ ਬਿਮਾਰੀ ਤੋਂ ਠੀਕ ਹੋਇਆ, ਉਹਨੂੰ ਤੇ ਇੱਕ ਐਸਾ ਦੇਵਤਾ ਚਾਹੀਦਾ ਸੀ ਜਿਹੜਾ ਉਹਨੂੰ ਠੀਕ ਕਰ ਦੇਵੇ। ਉਹ ਕੁਦਰਤੀ ਇੱਧਰ ਨੂੰ ਆ ਗਿਆ ਤੇ ਇੱਥੇ ਆ ਕੇ ਠੀਕ ਹੋ ਗਿਆ। ਜੋ ਕਿਤੇ ਹੋਰ ਥਾਂ 'ਤੇ ਚੱਲ ਜਾਂਦਾ ਤਾਂ ਉਹਦੇ ਲਈ ਉਹ ਵੀ ਯਿਸੂ ਮਸੀਹ ਵਰਗਾ ਹੀ ਸੀਗਾ। ਉਹਨੂੰ ਕੀ ਚਾਹੀਦਾ ਸੀ ਭਲਾ? ਉਹਨਾਂ ਨੂੰ ਠੀਕ ਹੋਣਾ ਚਾਹੀਦਾ ਸੀ।
ਕਿਤੋਂ ਵੀ ਹੋ ਜਾਂਦਾ, ਉਹਨੂੰ ਆਪਾਂ ਫੜ ਕੇ ਲੈ ਆਂਦਾ, ਆ ਜਾ ਉੱਥੇ ਕਰੂਸੜੇ ਹੋਣਾ ਹੀ। ਉੱਥੇ ਆਇਆ ਇੱਕ ਬੜਾ ਚਮਤਕਾਰੀ ਬਾਬਾ, ਉਹਨੇ ਚਮਤਕਾਰ ਕਰਦਿਆ ਤੂੰ ਠੀਕ ਹੋ ਜਾਣਾ, ਤੇ ਉਹਨੂੰ ਫੜੇ ਬਣਵਾਨ ਫੜਿਆ ਤੇ ਅਸੀਂ ਉੱਥੇ ਲੈ ਗਏ, ਉੱਥੇ ਉਹ ਹੋ ਗਿਆ ਠੀਕ। ਤੇ ਹੁਣ ਉਹਨੂੰ ਪ੍ਰਭੂ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਦੇ ਸਾਹਮਣੇ ਕੀ ਪਈ ਆ, ਮਿਲੀ ਹੋਈ ਚੰਗਿਆਈ ਪਈ ਆ। ਇਸ ਕਰਕੇ ਅਸੀਂ ਕਹਿੰਦੇ ਆ, ਤੁਸੀਂ ਜਦੋਂ ਮਸੀਹ ਦੇ ਵਚਨ ਨੂੰ ਲੈ ਕੇ ਜਾਂਦੇ ਹੋ, ਕਦੇ ਵੀ ਵਚਨ ਤੋਂ ਅੱਗੇ ਕਿਸੇ ਚੀਜ਼ ਨੂੰ ਰੱਖ ਕੇ ਲੈ ਕੇ ਨਾ ਜਾਓ। ਕੀ ਲਿਖਦਾ ਤਿਮੋਥੀਉਸ ਨੂੰ, ਤੂੰ ਵਚਨ ਦਾ ਪ੍ਰਚਾਰ ਕਰ। ਕਾਹਦਾ? ਤੂੰ ਵਚਨ ਦਾ, ਤੂੰ ਕਲਾਮ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਉਸੇ ਵਿੱਚ ਲੱਗਿਆ ਰਹਿ। ਉਹਨੂੰ ਇਹ ਲਿਖਦਾ ਆ ਵੀ ਤੂੰ ਚੰਗਿਆਈ ਦਾ ਪ੍ਰਚਾਰ ਕਰ ਤੇ ਵੇਲੇ ਕੁਵੇਲੇ ਉਹਦੇ 'ਚ ਲੱਗਾ ਰਹਿ, ਤੂੰ ਚਮਤਕਾਰਾਂ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਉਹਦੇ ਵਿੱਚ ਲੱਗਿਆ ਰਹਿ। ਕੀ ਕਹਿੰਦਾ? ਤੂੰ ਵਚਨ ਦਾ ਪ੍ਰਚਾਰ ਕਰ, ਕਿਉਂਕਿ ਵਚਨ ਦੇ ਵਿੱਚ ਕੀ ਆ, ਜ਼ਿੰਦਗੀ ਆ। ਵਚਨ ਦੇ ਬਾਰੇ ਕੀ ਲਿਖਿਆ? ਉਹ ਆਪਣਾ ਕਲਾਮ ਭੇਜ ਕੇ ਲੋਕਾਂ ਨੂੰ ਚੰਗਾ ਕਰ। ਤੂੰ ਕਲਾਮ ਲੈ ਕੇ ਜਾ, ਕਲਾਮ ਦੀ ਮਰਜ਼ੀ ਆ ਕਿਹਨੂੰ ਚੰਗਾ ਕਰਨਾ ਤੇ ਕਿਹਨੂੰ ਚੰਗਾ। ਇਹ ਸਾਡੀ ਟੈਨਸ਼ਨ। ਅਸੀਂ ਹੁਣ ਉਸ ਦਿਨ ਸਾਰਿਆਂ ਨੇ ਮਿਲ ਕੇ ਪ੍ਰਾਰਥਨਾ ਕੀਤੀ, ਅਸੀਂ ਤੇ ਉਹਦੇ ਹਜ਼ੂਰ ਆਪਣੀ ਗੱਲ ਪਹੁੰਚਾਈ ਆ, ਅਸੀਂ ਉਹਦੇ ਨਾਲ ਜਿੱਦ ਥੋੜੀ ਕੀਤੀ ਵੀ ਤੈਨੂੰ ਕਰਨਾ ਪੈਣਾ। ਹੁਣ ਉਹਨੇ ਕਰ ਦਿੱਤਾ, ਇਹਦੇ ਲਈ ਵੀ ਉਹਦਾ ਸ਼ੁਕਰ। ਉਹ ਨਾ ਕਰਦਾ ਸਾਨੂੰ ਤਾਂ ਵੀ ਕੋਈ ਪ੍ਰੋਬਲਮ ਨਹੀਂ ਸੀ, ਕਿਉਂਕਿ ਉਹਦੀ ਮਹਿਮਾ ਆ, ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਜਲਾਲ ਨੂੰ ਪ੍ਰਗਟ ਕਰੇਗਾ। ਇਸ ਲਈ ਸਾਨੂੰ ਉਹਦੇ ਨਾਲ ਕੋਈ ਟੈਨਸ਼ਨ ਨਹੀਂ ਆ ਕਿ ਉਹ ਕਿਹਨੂੰ ਠੀਕ ਕਰੇ ਤੇ ਕਿਹਨੂੰ ਨਾ ਕਰੇ। ਸਾਨੂੰ ਤੇ ਮਤਲਬ ਹੈਗਾ ਜਿਸ ਵਚਨ ਦੇ ਵਿੱਚ ਜ਼ਿੰਦਗੀ ਆ, ਇਸ ਵਚਨ ਦੀ ਗੰਭੀਰਤਾ ਨੂੰ ਲੋਕ ਚੰਗੀ ਤਰ੍ਹਾਂ ਸਮਝ ਲੈਣ, ਤੇ ਜਿਹੜਾ ਵਚਨ ਨੂੰ ਸਮਝ ਲਿਆ ਉਹਦੇ ਲਈ ਫਿਰ ਚੰਗਿਆਈਆਂ ਚੁਗੀਆਂ ਦਾ ਕੋਈ ਵਾਸਤਾ ਰਹਿ ਜਾਂਦਾ ਨਹੀਂ। ਜਦੋਂ ਇਹਨਾਂ ਨੂੰ ਸਮਝਾਉਂਦੀ ਕਾ ਨਹੀਂ ਜੀ, ਚੰਗਿਆਈ ਤੇ ਇੱਕ ਗੰਡੋਏ ਵਰਗੂ ਆ। ਚੰਗਿਆਈ ਦਾ ਕੰਮ ਕੀ ਹੈ ਭਲਾ? ਇਹ ਤੇ ਇੱਕ ਗੰਡੋਏ ਵਾਂਗੂ ਆ। ਜਿੱਦਾਂ ਮੱਛੀ ਨੂੰ ਫੜਨ ਦੇ ਲਈ ਕੁੰਡੀ ਦੇ ਅੱਗੇ ਗੰਡੋਇਆ ਲਾਇਆ ਜਾਂਦਾ, ਫਿਰ ਕੁੰਡੀ ਸੁੱਟੀ ਜਾਂਦੀ ਆ ਤੇ ਗੰਡੋਏ ਨੂੰ ਖਾਣ ਦੇ ਬਹਾਨੇ ਨਾਲ ਫਿਰ ਮੱਛੀ ਉਹਦੇ 'ਚ ਫਸ ਜਾਂਦੀ ਆ। ਸਾਨੂੰ ਇਹਨਾਂ ਗੰਡੋਇਆਂ ਗਡਾਇਆਂ ਦੀ ਸਹਾਇਤਾ ਦੀ ਜ਼ਰੂਰਤ ਨਹੀਂ, ਤੇ ਨਾ ਸਾਨੂੰ ਮੱਛੀਆਂ ਫੜਨ ਵਾਲੇ ਬਣਾਇਆ। ਉਹ ਤੇ ਕਹਿੰਦਾ ਮੱਛੀਆਂ ਫੜਨ ਵਾਲੇ ਆਓ, ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਉਣਾ, ਤੇ ਮਨੁੱਖਾਂ ਨੂੰ ਫੜਨ ਦੇ ਲਈ ਸਾਨੂੰ ਗੰਡੋਇਆ ਲਾਉਣ ਦੀ ਜ਼ਰੂਰਤ ਨਹੀਂ। ਤੁਸੀਂ ਸੱਚ ਬੋਲੋ, ਮਨੁੱਖ ਆਪਣੇ ਆਪ ਹੀ ਸੱਚ ਦੇ ਵੱਲ ਖਿੱਚੇ ਜਾਣਗੇ। ਤੁਸੀਂ ਚੁੰਬਕ ਬਣੋ, ਆਪਣੇ ਆਪ ਹੀ ਖਿੱਚੇ ਜਾਓਗੇ। ਤੇ ਐਵੇਂ ਨਾ ਇੱਧਰ ਉੱਧਰ ਸਮਾਂ ਖਰਾਬ ਕਰੋ, ਕਿਉਂਕਿ ਸਮਾਂ ਕੀ ਹੈ ਭਲਾ? ਸਾਡੇ ਸਾਹਮਣੇ ਹੈ। ਇਹ ਜਿੱਦਣ ਉਹਦਾ ਦਿਮਾਗ ਘੁੰਮ ਗਿਆ ਨਾ ਰਸ਼ੀਆ ਦਾ, ਉਦਣ ਹੀ ਉਹਨੇ ਚੜ੍ਹਾਈ ਕਰ ਦੇਣੀ ਹੈ। ਤੇ ਫਿਰ ਹਿਜਕੀਏਲ 38 ਅਧਿਆਏ ਦੇ ਸਾਰੀ ਉਹ ਭਵਿੱਖਬਾਣੀ ਪੂਰੀ ਹੋਣੀ ਹੈ। ਤੇ ਮੈਂ ਬਾਰ-ਬਾਰ ਤੁਹਾਨੂੰ ਕਹਿ ਰਿਹਾ ਹਾਂ, ਉਹ ਭਵਿੱਖਬਾਣੀ ਤਾਂ ਪੂਰੀ ਹੋਣੀ ਆ ਅਗਰ ਰੈਪਚਰ ਹੋਵੇਗਾ। ਉਹ ਭਵਿੱਖਬਾਣੀ ਤਾਂ ਪੂਰੀ ਹੋਣੀ ਆ ਅਗਰ ਰੈਪਚਰ ਹੋਏਗਾ। ਤੇ ਹੁਣ ਤੁਸੀਂ ਹਾਲਾਤ ਨੂੰ ਦੇਖੋ ਵੀ ਹਮਲਾ ਕਰਨ ਦੇ ਪੂਰੇ ਹਾਲਾਤ ਬਣੇ ਆ ਕਿ ਨਹੀਂ। ਪਿਛਲੇ 4 ਸਾਲਾਂ ਤੋਂ ਇਸੇ ਚੀਜ਼ ਦੇ ਉੱਤੇ ਪ੍ਰਚਾਰ ਕਰਦੇ ਆ ਰਹੇ ਆ। ਹੁਣ ਕੋਈ ਇਹਦੇ ਕਿਹਾ ਨਹੀਂ, ਤੁਸੀਂ ਕੋਈ ਹਿਸਾਬਤਾ ਲਾ ਕੇ ਉੱਦਾਂ ਹੀ ਕਿਤੇ ਅਚਾਨਕ ਹੀ ਕਹਿ ਦਿੱਤਾ ਸੀ। ਤੇ ਭਵਿੱਖਬਾਣੀ ਦੀ ਵੀ ਕਿਹਦੀ ਗੱਲ ਕਰਦੇ ਆ? ਜਿਹੜੀ 2700 ਸਾਲ 2650 ਸਾਲ ਪਹਿਲਾਂ ਕੀਤੀ ਗਈ ਹੈ। ਉਸ ਭਵਿੱਖਬਾਣੀ ਨੂੰ ਪੂਰਾ ਹੁੰਦਿਆਂ ਅਸੀਂ ਆਪਣੀ ਨਜ਼ਰਾਂ ਦੇ ਨਾਲ ਦੇਖਦੇ ਪਏ ਆ। ਪਰ ਇਸ ਭਵਿੱਖਬਾਣੀ ਨੂੰ ਪੂਰਾ ਹੋਣ ਦੇ ਲਈ ਤੁਸੀਂ ਇਹ ਨਾ ਦੇਖੋ ਕਿ ਅਸੀਂ ਦੇਖਾਂਗੇ, ਤੁਸੀਂ ਦੁਆ ਕਰਨੀ ਸ਼ੁਰੂ ਕਰੋ। ਇਹ ਭਵਿੱਖਬਾਣੀ ਜਿਹੜੀ ਪੂਰੀ ਹੋਣੀ, ਸਾਨੂੰ ਦੇਖਣੀ ਨਸੀਬ ਨਾ ਹੋਵੇ ਤਾਂ ਮਤਲਬ ਕੀ ਆ? ਰੈਪਚਰ ਹੋ ਜਾਣਾ ਆ, ਫਿਰ ਇਹ ਪ੍ਰੋਗਰਾਮ ਪੂਰਾ ਹੋਣਾ ਆ। ਉਧਰੋਂ ਜਾ ਕੇ ਚਲੇ ਗਏ ਉੱਪਰ, ਉਹ ਤੋਂ ਦੇ ਤੇਰੇ ਤੇ ਫੋਟੋ ਖਿੱਚ ਕੇ ਭੇਜਣ ਡਏ ਉੱਪਰਲੀਆਂ ਫੋਟੋ। ਤੇ ਆਉਣ ਵਾਲੇ ਕੁਛ ਦਿਨਾਂ ਵਿੱਚ ਤੁਹਾਨੂੰ ਇੱਕ ਫੋਟੋ ਮਿਲੇਗੀ, ਇਹ ਵੀ ਹੁਣ ਯਾਦ ਰੱਖਿਓ। ਆਉਣ ਵਾਲੇ ਕੁਛ ਦਿਨਾਂ ਵਿੱਚ ਤੁਹਾਡੇ ਸਾਹਮਣੇ ਇੱਕ ਫੋਟੋ ਆਵੇਗੀ, ਆਉਣ ਵਾਲੇ ਕੁਛ ਦਿਨਾਂ ਵਿੱਚ ਤੁਹਾਡੇ ਸਾਹਮਣੇ ਇੱਕ ਵੀਡੀਓ ਆਵੇਗੀ। ਤੁਹਾਨੂੰ ਏਲੀਅਨ ਦੇ ਬਾਰੇ ਪੂਰਾ 100% ਦੱਸਤਾ ਜਾਊਗਾ ਹੈਗੇ ਆ। ਇਹ ਜਿਹੜਾ ਹੁਣ ਕੈਮਰਾ ਭੇਜਿਆ ਨਾ, ਐਵੇਂ ਨਹੀਂ, ਇਹ ਵੀ ਭਵਿੱਖਬਾਣੀ ਦੇ ਮੁਤਾਬਕ ਹੀ ਗਿਆ ਆ, ਤਾਂ ਕਿ ਏਲੀਅਨ ਦੁਨੀਆ ਸਾਰੀ ਦੇ ਵਿੱਚ ਕੀ ਹੋ ਜਾਵੇ ਭਲਾ? ਕਨਫਰਮ ਹੋ ਜਾਵੇ ਕੋਈ ਏਲੀਅਨ ਹੈਗੇ ਆ, ਪਰ ਏਲੀਅਨ ਹੈ ਨਹੀਂ ਆ। ਉਹੋ ਹੀ ਗਿਰਾਏ ਹੋਏ ਫਰਿਸ਼ਤੇ, ਦੁਸ਼ਟ ਫਰਿਸ਼ਤਿਆਂ ਨੇ ਏਲੀਅਨਾਂ ਦੇ ਰੂਪ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੁਣ ਕੀ ਕਰਨਾ ਭਲਾ? ਦਿਖਾਈ ਦੇਣਾ। ਉਹਨਾਂ ਨੂੰ ਪਤਾ ਲੱਗ ਗਿਆ ਆ ਪ੍ਰਭੂ ਆਉਣ ਵਾਲਾ ਆ। ਉਹਨਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਉਹਦੀ ਉਸ ਭਵਿੱਖਬਾਣੀ ਨੂੰ ਝੁਠਲਾਉਣ ਦੇ ਲਈ। ਤੇ ਅਸੀਂ ਇਹਦੇ ਉਲਟ ਆਪਣੀਆਂ ਤਿਆਰੀਆਂ
ਸ਼ੁਰੂ ਕਰੀਏ। ਜੇ ਉਹ ਐਡੇ ਸਤਰਕ ਹੈ ਤਾਂ ਸਾਨੂੰ ਉਹਨਾਂ ਤੋਂ ਵੱਧ ਸਤਰਕ ਹੋਣ ਦੀ ਜ਼ਰੂਰਤ ਆ, ਕਿਉਂਕਿ ਅਨੰਤ ਜੀਵਨ ਦੀਆਂ ਗੱਲਾਂ ਕਹਿੰਦਾ ਤੇਰੇ ਕੋਲ ਆ, ਤੇ ਉਸ ਅਨੰਤ ਜੀਵਨ ਦੀਆਂ ਗੱਲਾਂ ਨੂੰ ਅਸੀਂ ਕੀ ਕਰਦੇ ਪਏ ਭਲਾ? ਸਿੱਖਦੇ ਪਏ ਆ। ਤੇ ਰੈਪਚਰ ਦੇ ਹੋਣ ਤੋਂ ਪਹਿਲਾਂ ਏਲੀਅਨ ਦਾ ਕਲੀਅਰ ਹੋਣਾ ਜ਼ਰੂਰੀ ਆ, ਤਾਂ ਕਿ ਜਦੋਂ ਰੈਪਚਰ ਹੋਵੇਗਾ ਪੂਰੇ ਸੰਸਾਰ ਦੇ ਵਿੱਚ ਇਹ ਫੈਲਾਇਆ ਜਾਊਗਾ ਏਲੀਅਨ ਆਏ ਸੀਗੇ ਤੇ ਲੋਕਾਂ ਨੇ ਚੁੱਕ ਕੇ, ਤਾਂ ਹੀ ਤੇ ਐਂਟੀ ਕ੍ਰਾਈਸਟ ਪ੍ਰਗਟ ਹੋਵੇਗਾ ਨਾ। ਤੇ ਦੂਸਰੀ ਗੱਲ, ਰੈਪਚਰ ਦੇ ਨਾਲ ਹੀ ਇਸ ਅਟੈਕ ਦਾ ਸੰਬੰਧ ਆ, ਔਰ ਇਹਦੇ ਨਾਲ ਹੀ ਐਂਟੀ ਕ੍ਰਾਈਸਟ ਦੇ ਪ੍ਰਗਟ ਹੋਣ ਦਾ ਸੰਬੰਧ ਹੈ। ਔਰ ਉਹਦੇ ਵਿੱਚ ਕੋਈ ਟਾਈਮ ਨਹੀਂ, ਹੁਣ ਰੈਪਚਰ ਹੁੰਦਾ ਆ, ਅਗਲੀ ਸਵੇਰ ਨੂੰ ਐਂਟੀ ਕ੍ਰਾਈਸਟ ਨੇ ਪ੍ਰਗਟ ਹੋ ਜਾਣਾ, ਅਗਲੀ ਸਵੇਰ ਹੀ। ਉਧਰੋਂ ਉਹ ਹੋਣਾ ਪ੍ਰੋਗਰਾਮ ਉਹਦਾ ਅਟੈਕ ਵਾਲਾ, ਉਧਰੋਂ ਉਹ ਸਾਰਾ ਨਸ਼ਟ ਹੋ ਜਾਣਾ, ਨਾਲ ਹੀ ਐਂਟੀ ਕ੍ਰਾਈਸਟ ਨੇ ਪ੍ਰਗਟ ਹੋਣਾ ਵੀ ਬਣਾਓ ਹੁਣ ਤੁਸੀਂ ਆਪਣੀ ਹੈਕਲ, ਕੋਈ ਤੁਹਾਨੂੰ ਰੋਕਣ ਵਾਲਾ ਨਹੀਂ ਹੈ। ਤੇ ਫਿਰ ਉਹ 7 ਸਾਲ ਦਾ ਸਮਾਂ ਸ਼ੁਰੂ ਹੋ ਚੁੱਕਾ ਨਾ, ਜਦੋਂ ਅਸੀਂ ਪ੍ਰਭੂ ਦੇ ਨਾਲ ਕਿੱਥੇ ਹੋਣਾ ਭਲਾ? ਉਸ ਅਨੰਤ ਜੀਵਨ ਦੇ ਵਿੱਚ ਅਸੀਂ ਪਹੁੰਚ ਚੁੱਕੇ ਹੋਣਾ ਆ। ਤੇ ਉਹਦੇ ਬਾਰੇ ਦੇਖ ਲਓ, ਵਿਚਾਰ ਕਰ ਲਓ। ਅਜੇ ਵੀ ਮौज ਮਸਤੀਆਂ ਕਰਨੀਆਂ ਤਾਂ ਵੀ ਕੋਈ ਗੱਲ ਨਹੀਂ, ਅਜੇ ਵੀ ਗੱਲ ਨਹੀਂ ਮੰਨਣੀ ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਪ੍ਰਭੂ ਕਿਸੇ ਨਾਲ ਜ਼ਬਰਦਸਤੀ ਕਰਦਾ ਨਹੀਂ। ਬਸ ਕਹਿੰਦਾ ਹੋਕਾ ਦੇਣ ਵਾਲੇ ਦੀ ਆਵਾਜ਼ ਹੈ। ਹਾਂਜੀ, ਜਿਹੜਾ ਸੁਣ ਲਵੇਗਾ ਤੇ ਜਾਗਦਾ ਰਹੇਗਾ ਉਹੀ ਉਹਦੇ ਵਿੱਚ ਸ਼ਾਮਲ ਹੋਵੇਗਾ। ਆਪਣੀਆਂ ਅੱਖਾਂ ਨੂੰ ਬੰਦ ਕਰਦੇ ਆ, ਸਿਰਾਂ ਝੁਕਾਉਂਦੇ ਆ, ਕੋਈ ਵੀ ਜਨ ਮਿਲ ਕੇ ਪ੍ਰਾਰਥਨਾ ਕਰੇ। ਤਾਰੀਫ ਹੋ ਪ੍ਰਭੂ, ਤੇਰਾ ਧੰਨਵਾਦ, ਤੇਰਾ ਸ਼ੁਕਰ ਕਰਦੇ ਹਾਂ। ਤੇਰਾ ਵਚਨ ਸੱਤਾ ਤੁਸੀਂ ਸਭ ਤੋਂ ਤੇਰੇ ਦਾਨ ਦੇ ਵਸੀਲੇ ਪਵਿੱਤਰ ਆਤਮਾ ਦੀ ਗਵਾਹੀ ਦੇ ਰਾਹੀਂ ਦਿੱਤਾ। ਅੱਜ ਸਮੇਂ ਦੇ ਕੁਝ ਨਿਸ਼ਾਨ ਦੱਸੇ ਗਏ, ਉਹਨਾਂ ਬਾਰੇ ਦਿੱਤਾ ਸਿੱਖਿਆ ਗਿਆ ਪਿਤਾ ਪਰਮੇਸ਼ਰ। ਪ੍ਰਭੂ ਸਾਡੇ ਈਮਾਨ ਤੇ ਵਿਸ਼ਵਾਸ ਨੂੰ ਹੋਰ ਤਕੜਿਆਂ ਕਰਕੇ ਅਸੀਂ ਹੋਰ ਮਜ਼ਬੂਤ ਹੋ ਸਕੀਏ। ਹਰ ਕਮੀ ਕਮਜ਼ੋਰੀ ਘਟੀ ਨੂੰ ਪਿਤਾ ਪੂਰਾ ਹੋਣ 'ਚ ਸਾਡੀ ਮਦਦ ਕਰ। ਅਸੀਂ ਤਕੜੇ ਹੋ ਕੇ ਤੇਰੇ ਰਾਜ ਵਾਸਤੇ ਤਿਆਰ ਹੋ ਜਾਈਏ ਮੇਰੇ ਪ੍ਰਭੂ। ਇਸ ਲਈ ਪਿਤਾ ਜਿੰਨੇ ਜਨ ਕਲੀਸਿਆ 'ਚ ਬੈਠੇ, ਇਹਨਾਂ ਤੇ ਆਪਣੀ ਕਿਰਪਾ ਨੂੰ ਬਹਾਲ ਕਰ ਕਿ ਹਰ ਮौज ਮਸਤੀ ਨੂੰ ਛੱਡਦੇ ਹੋਏ, ਡਰ ਖੌਫ ਵਿੱਚ ਵਾਧੇ ਹੋਏ, ਤੇਰੇ ਹੁਕਮ ਔਰ ਵਿਧੀਆਂ ਦੀ ਪਾਲਣਾ ਕਰਦੇ ਹੋਏ, ਤੇਰੇ ਵਚਨ ਦੇ ਵੱਲ ਧਿਆਨ ਦਿੰਦੇ ਹੋਏ ਪਿਤਾ ਵੱਧ ਸਕਣ। ਇਸ ਲਈ ਈਮਾਨ ਦੇ ਵਿੱਚ ਮਜ਼ਬੂਤ ਕਰ, ਇੱਕ ਮਨ ਇੱਕ ਸੋਚ ਕਰਦੇ ਮੇਰੇ ਪ੍ਰਭੂ। ਤੂੰ ਮਦਦ ਕਰਨ ਵਾਲਾ ਜਿਉਂਦਾ ਪਰਮੇਸ਼ਰ, ਤੇਰਾ ਆਉਣਾ ਨੇੜੇ ਆ, ਬੂਹੇ ਤੇ ਆ ਪ੍ਰਭੂ। ਇਸ ਲਈ ਤਕੜੇ ਹੋ ਜਾਈਏ ਪ੍ਰਭੂ। ਮਹਾਨ ਪਿਤਾ ਤੇਰਾ ਸ਼ੁਕਰ ਕਰਦੇ, ਤੇਰੇ ਦਾਸ ਇਸ ਮੰਡਲੀ ਲਈ ਸ਼ੁਕਰ ਕਰਦੇ ਹਾਂ। ਇਹਨਾਂ ਜ਼ਿੰਦਗੀਆਂ ਤੇ ਤੇਰਾ ਈਮਾਨ ਬਣ ਜਾਏ। ਆਉਣੇ ਦਿਨ ਭਲੇ ਕਰੋ, ਸਾਰੀ ਮਹਿਮਾ ਤੇ ਵਡਿਆਈ ਤੁਹਾਡੇ ਨਾਮ ਯੀਸ਼ੂ ਦਾ ਨਾਮ ਲੈ ਕੇ ਮੰਗਦੇ ਹਾਂ, ਆਮੀਨ। ਹੁਣ ਸਾਡੇ ਖੁਦਾ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਨਾਲ ਬਣੀ ਰਵੇ, ਆਮੀਨ ਆਮੀਨ। ਸਾਰਿਆਂ ਨੂੰ ਜੈ ਮਸੀਹ। ਸਾਰਿਆਂ ਨੂੰ ਜੈ ਮਸੀਹ।